My name is Anurag Sharma and my roll number is 233. I am a student of Electrical Engineering branch at Guru Nanak Dev Polytechnical College, Ludhiana. So today I will talk about electromagnetic induction. Electromagnetic induction EMI. ਤਾਂ ਅਗਰ ਜੇ ਤੁਸੀਂ ਪਹਿਲਾਂ ਇਲੈਕਟ੍ਰਿਕ ਫਲਕਸ ਪੜ੍ਹਿਆ ਹੋਊਗਾ, ਆਪਾਂ EMI ਬਾਰੇ ਬਾਅਦ 'ਚ ਗੱਲ ਕਰਦੇ ਹਾਂ, ਠੀਕ ਹੈ। ਆਪਾਂ ਪਹਿਲਾਂ ਫਲਕਸ ਦੀ ਗੱਲ ਕਰੀਏ ਤਾਂ ਜਿਨ੍ਹਾਂ ਨੇ ਪਹਿਲਾਂ ਇਲੈਕਟ੍ਰਿਕ ਫਲਕਸ ਪੜ੍ਹਿਆ ਹੋਊਗਾ ਉਹਨਾਂ ਨੂੰ ਇਹ ਪਤਾ ਹੋਊਗਾ ਕਿ ਇਲੈਕਟ੍ਰਿਕ ਫਲਕਸ ਨੂੰ, ਫਲਕਸ ਦਾ ਦੇਖੋ, ਫਲਕਸ ਦਾ ਸਾਈਨ ਇਹ ਹੁੰਦਾ ਨਾ, ਠੀਕ ਹੈ। ਫਲਕਸ ਨੂੰ ਆਪਾਂ ਐਵੇਂ ਡਿਨੋਟ ਕਰਦੇ ਹਾਂ, ਫਲਕਸ ਨੂੰ ਆਪਾਂ ਇਸ ਤਰੀਕੇ ਨਾਲ ਡਿਨੋਟ ਕਰਦੇ ਹਾਂ ਅਤੇ ਇਲੈਕਟ੍ਰਿਕ ਫਲਕਸ ਦੇ ਆਪਾਂ ਈ ਲਿਖ ਦਿੰਦੇ ਹਾਂ ਅੱਗੇ, ਠੀਕ ਹੈ। ਹੁਣ ਆਪਾਂ ਗੱਲ ਕਰ ਰਹੇ ਹਾਂ ਮੈਗਨੈਟਿਕ ਫਲਕਸ ਦੀ, ਤਾਂ ਮੈਗਨੈਟਿਕ ਫਲਕਸ ਦੇ ਵਿੱਚ ਈ ਦੀ ਜਗ੍ਹਾ ਆਪਾਂ ਬੀ ਲਿਖਣਾ, ਓਕੇ। ਓਕੇ, ਤਾਂ ਇਹਦੇ ਵਿੱਚ ਆਪਾਂ ਬੀ ਲਿਖਣਾ। ਤਾਂ ਹੁਣ ਜੇ ਆਪਾਂ ਮੈਗਨੈਟਿਕ ਫਲਕਸ ਦੀ ਥੋੜ੍ਹੀ ਜਿਹੀ ਡੈਫੀਨੇਸ਼ਨ ਦੇਖੀਏ ਤਾਂ ਉਹ ਕੁਛ ਇੱਦਾਂ ਹੋਏਗੀ, ਵੇਟ ਮੈਂ ਲਿਖ ਲੈਣਾ ਪਹਿਲਾਂ। The number of field lines, sorry, magnetic field lines, ਆਪਾਂ magnetic ਲਿਖ ਦਿੰਦੇ ਹਾਂ। The number of magnetic field lines passing perpendicular through a surface, okay. The number of magnetic field lines passing perpendicular through a flux, perpendicular through a flux मतलब कि perpendicular ਜਾਣੀ ਚਾਹੀਦੀਆਂ ਉਹ ਲਾਈਨਸ, ਠੀਕ ਹੈ। ਉਹਨੂੰ ਆਪਾਂ ਮੈਗਨੈਟਿਕ ਫਲਕਸ ਕਹਿ ਲੈਂਦੇ ਹਾਂ। ਇਹਦੀ ਮੈਂ ਤੁਹਾਨੂੰ ਅੱਗੇ ਐਗਜ਼ਾਮਪਲਸ ਵੀ ਦਿਖਾਊਂਗਾ ਅਤੇ ਆਪਾਂ ਕਰ ਲੈਂਦੇ ਹਾਂ। ਅੱਗੋਂ ਪਹਿਲਾਂ ਐਗਜ਼ਾਮਪਲਸ ਹੀ ਦੇਖ ਲੈਂਦੇ, ਫਿਰ ਉਸ ਐਗਜ਼ਾਮਪਲਸ ਤੋਂ ਆਪਾਂ ਇਹਦਾ ਫੋਰਮੂਲਾ ਦੇਖਾਂਗੇ ਕੀ ਆਇਆ, ਠੀਕ ਹੈ। ਓਕੇ, ਆਪਾਂ ਐਗਜ਼ਾਮਪਲਸ ਕਰਨੀਆਂ ਹੁਣ, ਤਾਂ ਪੈਨਸਿਲ ਨਾਲ ਕਰਦੇ ਹਾਂ। ਸਭ ਤੋਂ ਪਹਿਲਾਂ ਆਪਾਂ ਇੱਕ ਸਰਫੇਸ ਲਿਖਿਆ ਨਾ, ਸਭ ਤੋਂ ਪਹਿਲਾਂ ਆਪਾਂ ਇੱਕ ਸਰਫੇਸ ਬਣਾ ਲੈਂਦੇ ਹਾਂ, ਠੀਕ ਹੈ, ਨੋਰਮਲ, ਨੋ ਰੋਕਟ ਸਾਇੰਸ। ਇਹ ਆਪਾਂ ਇਹਦਾ ਇੱਕ ਆਪਾਂ ਸਰਫੇਸ ਬਣਾ ਲਿਆ, ਠੀਕ ਹੈ। ਹੁਣ ਇਹਦੇ ਵਿੱਚ ਆਪਾਂ ਮੈਗਨੈਟਿਕ ਜਿਹੜੀਆਂ ਲਾਈਨਸ ਆ ਇਹਨੂੰ ਆਪਾਂ ਪਰਪੈਂਡੀਕੂਲਰ ਪਾਸ ਕਰਵਾਉਂਦੇ ਹਾਂ, ਠੀਕ ਹੈ। ਠੀਕ ਹੈ, ਆਹ ਹੁਣ ਇੱਕ ਸਰਫੇਸ ਆ, ਇਹਦੇ ਵਿੱਚੋਂ ਇਹਨੂੰ ਚੀਰਦੀਆਂ ਹੋਈਆਂ ਕੁਛ ਲਾਈਨਸ ਪਾਸ ਕਰ ਰਹੀਆਂ ਜਿਹਨੂੰ ਆਪਾਂ ਫਲਕਸ ਕਹਿੰਦੇ ਹਾਂ। ਹੁਣ ਇਹਦੇ ਵਿੱਚੋਂ ਕਿੰਨੀਆਂ ਕੁ ਲਾਈਨਸ ਹੈ ਜਿਹੜੀਆਂ ਕਿ ਇਹਦੇ ਪਰਪੈਂਡੀਕੂਲਰ ਨੂੰ ਚੀਰਦੀਆਂ ਹੋਈਆਂ ਪਾਸ ਕਰ ਰਹੀਆਂ, 2। ਤਾਂ ਇਹੀ ਚੀਜ਼ ਹੈ ਜਿਹੜੀ, ਇਹੀ ਮੈਗਨੈਟਿਕ ਫਲਕਸ ਆ, ਇਹੀ ਚੀਜ਼ ਹੈ ਜਿਹੜੀ, ਇਹੀ ਮੈਗਨੈਟਿਕ ਫਲਕਸ ਹੈ, ਇਹ 2 ਲਾਈਨਸ। ਤਾਂ ਆਪਾਂ ਹੁਣ ਇੱਥੇ ਕੀ ਲਿਖ ਲਾਂਗੇ ਕਿ ਜਿਹੜਾ ਮੈਗਨੈਟਿਕ ਫਲਕਸ ਹੈ ਉਹ ਕਿੰਨਾ, 2 ਹੈ, ਠੀਕ ਹੈ। ਹੁਣ ਇਹ ਤਾਂ ਹੋ ਗਿਆ, ਇੱਥੋਂ ਤਾਂ ਤੁਹਾਨੂੰ ਸਮਝ ਲੱਗ ਗਿਆ ਕਿ ਆਹ 2 ਲਾਈਨਸ ਹੈ ਜਿਹੜੀਆਂ ਇਹਨੂੰ ਆਪਾਂ ਮੈਗਨੈਟਿਕ ਫਲਕਸ ਕਹਿੰਦੇ ਹਾਂ। ਮਤਲਬ ਕੁੱਲ ਮਿਲਾ ਕੇ ਮੈਂ ਤੁਹਾਨੂੰ ਇਹਦੀ ਐਗਜ਼ਾਮਪਲ ਦਿੱਤੀ ਹੈ, ਇਸ ਚੀਜ਼ ਦੀ, ਇਹਦੀ ਡੈਫੀਨੇਸ਼ਨ ਦੀ ਐਗਜ਼ਾਮਪਲ ਦਿੱਤੀ। ਅਗਰ ਆਪਾਂ ਐਗਜ਼ਾਮਪਲਸ ਲੈ ਕੇ ਚੱਲਾਂਗੇ ਨਾ ਤਾਂ ਆਪਾਂ ਨੂੰ ਬਹੁਤ ਈਜ਼ੀ ਰਹੇਗਾ ਆਪਣਾ ਚੈਪਟਰ, ਠੀਕ ਆ। ਤਾਂ ਹੁਣ ਆਪਾਂ ਇਹ ਚੀਜ਼ ਦੇਖਦੇ ਹਾਂ ਕਿ ਅਗਰ ਆਪਾਂ ਇਹ ਦੇਖਦੇ ਹਾਂ ਕਿ ਅਗਰ ਆਪਾਂ ਮੈਗਨੈਟਿਕ ਫੀਲਡ ਨੂੰ ਸਟਰੋਂਗ ਕਰ ਦਿੰਦੇ ਹਾਂ ਤਾਂ ਉਹਦੇ ਵਿੱਚੋਂ ਕਿੰਨੀ ਫਲਕਸ, ਉਹਦੇ ਵਿੱਚੋਂ ਕਿੰਨੀਆਂ ਲਾਈਨਸ ਜਿਹੜੀਆਂ ਮੈਗਨੈਟਿਕ ਫੀਲਡ ਲਾਈਨਸ ਹੈ ਜਿਹੜੀਆਂ ਪਾਸ ਹੋਣਗੀਆਂ, ਠੀਕ ਹੈ। ਇਹਦੇ ਲਈ ਆਪਾਂ ਇੱਕ ਐਕਸਪੈਰੀਮੈਂਟ ਕਰਦੇ, ਮਤਲਬ ਇਹਦੇ ਲਈ ਆਪਾਂ ਇੱਕ ਐਗਜ਼ਾਮਪਲਸ ਲੈ ਕੇ ਸਮਝਦੇ ਹਾਂ ਕਿ ਉਹਦੇ ਨਾਲ ਅਗਰ ਆਪਾਂ ਮੈਗਨੈਟਿਕ ਫੀਲਡ ਨੂੰ ਸਟਰੋਂਗ ਕਰ ਲੈਂਦੇ ਹਾਂ ਤਾਂ ਉਹਦੇ ਵਿੱਚੋਂ ਕੀ ਮੈਗਨੈਟਿਕ ਫਲਕਸ ਹੈ ਜਿਹੜੀ ਉਹ ਜ਼ਿਆਦਾ ਪਾਸ ਹੋਊਗੀ। ਬਸ ਇੰਨਾ ਆਪਾਂ ਇੱਕ ਹੋਰ ਐਗਜ਼ਾਮਪਲ ਲੈਂਦੇ ਹਾਂ। ਆਪਾਂ ਨਾ ਲੈਂਥ ਹੈ ਜਿਹੜੀ ਉਹਦੀ, ਮਤਲਬ ਆਪਾਂ ਸਾਰਾ ਕੁਛ ਇਹਦੇ ਬਰਾਬਰ ਰੱਖਦੇ ਹਾਂ, ਸੇਮ ਰੱਖਦੇ ਹਾਂ, ਲੇਕਿਨ ਆਪਾਂ ਮੈਗਨੈਟਿਕ ਫੀਲਡ ਨੂੰ ਸਟਰੋਂਗ ਕਰ ਦਿੰਦੇ ਹਾਂ ਬਸ, ਠੀਕ ਹੈ, ਇੰਨੀ ਗੱਲ। ਤਾਂ ਹੁਣ ਆਪਾਂ
ਹੁਣ ਆਪਾਂ ਇਹ ਦੇਖਦੇ ਹਾਂ ਕਿ ਅਗਰ ਆਪਾਂ ਸੇਮ ਲੈਂਥ ਦਾ ਇੱਕ ਹੋਰ ਸਰਫੇਸ ਲੈ ਲਈਏ, ਲੇਕਿਨ ਆਪਾਂ ਉਹਦੇ ਵਿੱਚ ਮੈਗਨੈਟਿਕ ਫੀਲਡ ਨੂੰ ਸਟਰੋਂਗ ਕਰ ਦਈਏ, ਤਾਂ ਕੀ ਮੈਗਨੈਟਿਕ ਲਾਈਨਸ ਹੈ ਉਹਦੇ ਵਿੱਚ ਜ਼ਿਆਦਾ ਪਾਸ ਹੋਣਗੀਆਂ ਐਜ਼ ਕੰਪੇਅਰ ਟੂ ਜਿਹੜੀ ਆਪਾਂ ਸਰਫੇਸ ਆ ਪਹਿਲਾਂ ਬਣਾਈ ਆ, ਤੁਸੀਂ ਦੇਖ ਰਹੇ ਹੋ ਜਿਹੜੀ। ਤਾਂ ਹੁਣ ਆਪਾਂ ਸੇਮ ਲੈਂਥ ਦਾ ਇੱਕ ਸਰਫੇਸ ਹੋਰ ਲੈਂਦੇ ਹਾਂ, ਲੇਕਿਨ ਆਪਾਂ ਉਹਦੀ ਮੈਗਨੈਟਿਕ ਫੀਲਡ ਨੂੰ ਵਧਾ ਦਿੰਦੇ ਹਾਂ। ਠੀਕ ਹੈ, ਸਿੰਪਲ। ਹੁਣ ਆਪਾਂ ਬਿਲਕੁਲ ਸੇਮ ਲੈਂਥ ਲੈਣੀ ਆ, ਠੀਕ ਹੈ। ਹੁਣ ਆਪਾਂ ਇਹਦੇ ਵਰਗਾ ਹੀ ਇਹਦੀ ਵਰਗੀ ਆਪਾਂ ਇੱਕ ਸਰਫੇਸ ਬਣਾ ਲੈਂਦੇ ਹਾਂ। ਓਕੇ, ਸੇਮ ਲੈਂਥ, ਲੇਕਿਨ ਮੈਗਨੈਟਿਕ ਫੀਲਡ ਸਟਰੋਂਗ ਹੈ। ਠੀਕ ਹੈ, ਮੈਗਨੈਟਿਕ ਫੀਲਡ ਸਟਰੋਂਗ ਹੈ ਸੈਕਿੰਡ ਵਾਲੇ ਬਾਕਸ ਦੇ ਵਿੱਚ, ਯਾਦ ਰੱਖਣਾ, ਸਰਫੇਸ ਦੇ ਵਿੱਚ। ਹੁਣ ਆਪਾਂ ਉਵੇਂ ਇਹਦੇ ਵਿੱਚੋਂ ਲਾਈਨਸ ਪਾਸ ਕਰਵਾਉਂਦੇ ਹਾਂ। ਤਾਂ ਇਹ ਆਪਣੇ ਕੋਲ ਆ ਗਿਆ ਸਾਹਮਣੇ। ਤਾਂ ਹੁਣ ਇੰਨਾ ਕੁ ਤਾਂ ਯਾਰ ਆਪਾਂ ਨੂੰ ਨੋਰਮਲ ਪਤਾ ਹੀ ਹੈ ਕਿ ਅਗਰ ਆਪਾਂ ਮੈਗਨੈਟਿਕ ਫੀਲਡ ਨੂੰ ਸਟਰੋਂਗ ਕਰਾਂਗੇ ਤਾਂ ਉਹਦੇ ਵਿੱਚੋਂ ਫਲਕਸ ਜਿਹੜਾ ਹੈ ਉਹ ਜ਼ਿਆਦਾ ਪਾਸ ਹੋਊਗਾ, ਮਤਲਬ ਕਿ ਮੈਗਨੈਟਿਕ ਫੀਲਡ ਲਾਈਨਸ ਹੈ ਜਿਹੜੀਆਂ ਉਹ ਜ਼ਿਆਦਾ ਪਾਸ ਹੋਣਗੀਆਂ। ਠੀਕ ਹੈ, ਤਾਂ ਹੁਣ ਤੁਸੀਂ ਆਪੇ ਦੇਖ ਲਓ, ਇਹਦੇ ਵਿੱਚੋਂ 2 ਲਾਈਨਸ ਪਾਸ ਕਰ ਰਹੀਆਂ, ਤਾਂ ਇਹਦੇ ਵਿੱਚ ਜਿਹੜੀ ਪਰਪੈਂਡੀਕੂਲਰ ਲਾਈਨਸ ਹੈ ਜਿਹੜੀ ਇਹਨੂੰ ਚੀਰਦੀਆਂ ਹੋਈ ਜਾ ਰਹੀਆਂ ਉਹ 3 ਹੈ, ਤਾਂ ਮੈਗਨੈਟਿਕ ਫਲਕਸ ਕਿੰਨਾ ਹੋ ਗਿਆ? 3। ਤਾਂ ਹੁਣ ਮੈਨੂੰ ਇੱਕ ਗੱਲ ਦੱਸੋ, ਆਪਾਂ ਇਸ ਇੱਕ ਡਾਇਗਰਾਮ ਨੂੰ ਇੱਕ ਐਗਜ਼ਾਮਪਲ ਨੂੰ ਦੇਖ ਕੇ ਆਪਾਂ ਇੱਕ ਚੀਜ਼ ਕਹਿ ਸਕਦੇ ਹਾਂ ਕਿ ਮੈਗਨੈਟਿਕ ਫਲਕਸ ਇਸ ਤਾਂ ਹੁਣ ਤੁਸੀਂ ਮੈਨੂੰ ਇੱਕ ਗੱਲ ਦੱਸੋ, ਜੋ ਮੈਂ ਤੁਹਾਨੂੰ ਐਗਜ਼ਾਮਪਲ ਦਿੱਤੀਆਂ, ਜੋ ਇਹਦੇ ਵਿੱਚ ਮੈਂ ਸੈਕਿੰਡ ਡਾਇਗਰਾਮ ਵੱਲ ਫੋਕਸ ਕਰੋ ਜਿਹੜਾ, ਜਾਂ ਆਪਾਂ ਸੈਕਿੰਡ ਡਾਇਗਰਾਮ ਦੇ ਵਿੱਚ ਜਿਹੜੀ ਗੱਲ ਕੀਤੀ ਆ ਹੁਣ, ਜਿਹੜਾ ਆਪਾਂ ਇਹਦਾ ਐਗਜ਼ਾਮਪਲ ਲਿਆ, ਤਾਂ ਇਹਨੂੰ ਦੇਖ ਕੇ ਆਪਾਂ ਇੱਕ ਗੱਲ ਕਹਿ ਸਕਦੇ ਹਾਂ ਕਿ ਫਲਕਸ, ਮੈਗਨੈਟਿਕ ਫਲਕਸ ਇਜ਼ ਡਾਇਰੈਕਟਲੀ ਪ੍ਰਪੋਰਸ਼ਨਲ ਟੂ ਦ ਮੈਗਨੀਟਿਊਡ ਆਫ ਮੈਗਨੈਟਿਕ ਫੀਲਡ। ਠੀਕ ਹੈ ਨਾ, ਮਤਲਬ ਦੇਖੋ, ਉਹ ਜਦੋਂ ਆਪਾਂ ਮੈਗਨੈਟਿਕ ਫੀਲਡ ਨੂੰ ਸਟਰੋਂਗ ਕਰ ਰਹੇ ਹਾਂ, ਜਦੋਂ ਆਪਾਂ ਉਹਨੂੰ ਮੈਗਨੈਟਿਕ ਫੀਲਡ ਨੂੰ ਸਟਰੋਂਗ ਕੀਤਾ, ਤਾਂ ਉਹਦੇ ਵਿੱਚ ਜਿਹੜੀਆਂ ਮੈਗਨੈਟਿਕ ਲਾਈਨਸ ਆ ਉਹ ਜ਼ਿਆਦਾ ਪਾਸ ਹੋਈਆਂ। ਠੀਕ ਹੈ, ਨੋ ਰੋਕਟ ਸਾਇੰਸ, ਬਹੁਤ ਈਜ਼ੀ ਸੀਗਾ। ਐਗਜ਼ਾਮਪਲ ਤੁਹਾਨੂੰ ਵਧੀਆ ਲੱਗੀ ਕਿ ਨਹੀਂ, ਤੁਸੀਂ ਮੈਨੂੰ ਇਹ ਦੱਸਣਾ। ਹੁਣ ਆਪਾਂ ਇਹਦੇ ਵਿੱਚ ਇਹ ਤੋਂ ਵੇਖ ਕੇ ਹੁਣ ਆਪਾਂ ਇਹ ਲਿਖ ਸਕਦੇ ਹਾਂ, ਦੇਖੋ, ਫਲਕਸ ਇਜ਼ ਡਾਇਰੈਕਟਲੀ ਪ੍ਰਪੋਰਸ਼ਨਲ ਟੂ, ਮੈਂ ਇੱਕ ਵਾਰੀ ਖੋਲ੍ਹ ਕੇ ਲਿਖ ਦੇਣਾ, ਮੈਗਨੀਟਿਊਡ ਆਫ ਮੈਗਨੈਟਿਕ ਫੀਲਡ। ਇਹ ਮੈਂ ਤਾਂ ਐਵੇਂ ਲਿਖ ਰਿਹਾ ਖੁੱਲ੍ਹ ਕੇ ਕਿਉਂਕਿ ਮੈਂ ਤੁਹਾਨੂੰ ਬਾਅਦ ਦੇ ਵਿੱਚ ਇਹਦੀ ਇੱਕ ਪਿਕਚਰ ਖਿੱਚ ਕੇ ਤਾਂ ਮੈਂ ਤੁਹਾਨੂੰ ਉਹਦੇ ਵਿੱਚ ਆਪਣੇ FW ਵਾਲੇ ਗਰੁੱਪ ਦੇ ਵਿੱਚ ਪਾ ਦੂੰਗਾ। ਠੀਕ ਆ, ਤਾਂ ਹੁਣ ਆਪਾਂ ਫਲਕਸ ਇਸ ਡਾਇਰੈਕਟਲੀ ਪ੍ਰਪੋਰਸ਼ਨਲ ਟੂ B, ਆਪਣਾ ਇਹਦੇ ਵਿੱਚੋਂ ਆਹ ਚੀਜ਼ ਆ ਗਈ ਕਿ ਨਹੀਂ, ਤੁਸੀਂ ਮੈਨੂੰ ਇਹ ਦੱਸੋ। ਠੀਕ ਹੈ, ਹੁਣ ਆਪਾਂ ਆ ਬਣਾ ਲਿਆ। ਹੁਣ ਆਪਾਂ ਆਪਾਂ ਇੱਕ ਫੋਰਮੂਲਾ ਕੱਢਣਾ, ਤਾਂ ਫੋਰਮੂਲੇ ਵਾਸਤੇ ਆਪਾਂ ਇੱਕ ਹੋਰ ਐਗਜ਼ਾਮਪਲ ਲੈਂਦੇ ਹਾਂ। ਆਪਾਂ ਹੁਣ ਦੇਖੋ, ਹੁਣ ਆਪਾਂ ਮੈਗਨੈਟਿਕ ਫੀਲਡ ਨਹੀਂ ਵਧਾਣੀ ਘਟਾਣੀ, ਉੱਥੇ ਹੀ ਰਹੇਗੀ। ਆਪਾਂ ਜਿਹੜਾ ਏਰੀਆ ਹੈ, ਜਿਹੜੀ ਆਪਾਂ ਲੈਂਥ ਹੈ, ਜਿਹੜਾ ਉਹਦਾ ਏਰੀਆ, ਮੇਨ ਗੱਲ ਜਿਹੜਾ ਉਹਦਾ ਏਰੀਆ, ਉਹਨੂੰ ਆਪਾਂ ਜ਼ਿਆਦਾ ਕਰ ਦਾਂਗੇ। ਠੀਕ ਹੈ, ਤਾਂ ਇਹ ਤਾਂ ਬੜੀ ਨੋਰਮਲ ਜੀ ਗੱਲ ਹੈ ਕਿ ਅਗਰ ਆਪਾਂ ਉਹਨੂੰ ਏਰੀਏ ਨੂੰ ਵਧਾ ਦਾਂਗੇ ਤਾਂ ਉਹਦੇ ਵਿੱਚੋਂ ਜਿਹੜੀ ਮੈਗਨੈਟਿਕ ਲਾਈਨਸ ਹੈ, ਜਿਹੜੀ ਫੀਲਡ ਲਾਈਨਸ ਹੈ, ਮੈਗਨੈਟਿਕ ਫੀਲਡ ਲਾਈਨਸ ਹੈ, ਤਾਂ ਉਹ ਜ਼ਿਆਦਾ ਪਾਸ ਕਰਨਗੀਆਂ। ਠੀਕ ਹੈ, ਇਹ ਤਾਂ ਬੜੀ ਨੋਰਮਲ ਜੀ ਗੱਲ ਹੈ। ਤਾਂ ਫਿਰ ਵੀ ਆਪਾਂ ਇੱਕ ਵਾਰੀ ਇਹਦੇ ਨਾਲ ਬਣਾ ਲੈਂਦੇ ਹਾਂ। ਹੁਣ ਆਪਾਂ ਲੈਂਥ ਜ਼ਿਆਦਾ ਲੈਣੀ ਹੈ, ਏਰੀਆ ਜ਼ਿਆਦਾ ਲੈਣਾ। ਹੁਣ ਆਪਾਂ ਏਰੀਆ ਜ਼ਿਆਦਾ ਹੋ ਗਿਆ। ਠੀਕ ਹੈ, ਹੁਣ ਤੁਸੀਂ ਦੇਖੋ ਇਹਦੇ ਵਿੱਚ ਹੁਣ ਇਹਦੇ ਵਿੱਚ ਆਪਾਂ ਲਾਈਨਸ ਪਾਸ ਕਰਵਾਉਂਦੇ ਹਾਂ। ਠੀਕ ਹੈ, ਬਸ ਤੁਸੀਂ ਇੱਕ ਗੱਲ ਦਾ ਧਿਆਨ ਰੱਖਣਾ ਕਿ ਲਾਈਨਸ ਜਿਹੜੀਆਂ ਉਹ ਪਰਪੈਂਡੀਕੂਲਰ ਪਾਸ ਹੋਣੀ ਚਾਹੀਦੀਆਂ। ਕੀ ਪਾਸ ਹੋਣੀ ਚਾਹੀਦੀਆਂ? ਪਰਪੈਂਡੀਕੂਲਰ ਪਾਸ ਹੋਣੀ ਚਾਹੀਦੀਆਂ। ਤੁਸੀਂ ਇਸ ਚੀਜ਼ ਨੂੰ ਅਗਰ ਸਮਝ ਗਏ ਨਾ, ਇਸ ਇੱਕ ਲਾਈਨ ਨੂੰ ਸਮਝ ਗਏ ਯਾਰ, ਅਤੇ ਆਹ ਸਾਰੀ ਚੀਜ਼ ਤੁਹਾਨੂੰ ਕਰਨ ਦੀ ਲੋੜ ਹੀ ਨਹੀਂ, ਤੁਹਾਨੂੰ ਆਪੇ ਸਮਝ ਆ ਜਾਏਗੀ। ਠੀਕ ਹੈ, ਇਹ ਤਾਂ ਮੈਂ ਫਸਟ ਟਾਈਮ ਹੈ ਤਾਂ ਮੈਂ ਐਗਜ਼ਾਮਪਲ ਦੇ ਰਿਹਾ ਤੁਹਾਨੂੰ। ਤਾਂ ਹੁਣ ਦੇਖੋ, ਹੁਣ ਇਹਦੇ ਵਿੱਚ ਕਿੰਨੀਆਂ ਲਾਈਨਸ ਪਾਸ ਕਰਨੀਆਂ, ਆਪਾਂ ਏਰੀਆ ਵਧਾਇਆ ਯਾਰ, ਬੜੀ ਨੋਰਮਲ ਜੀ ਗੱਲ ਹੈ। 1 2 3 4। ਠੀਕ ਆ, ਮੈਗਨੈਟਿਕ ਫਲਕਸ 4 ਇਜ਼ ਇਕੁਅਲ ਟੂ, ਤਾਂ ਇਹ ਤਾਂ ਬੜੀ ਨੋਰਮਲ ਜੀ ਗੱਲ ਹੈ ਯਾਰ ਕਿ ਹੁਣ ਇਹਦੇ ਵਿੱਚੋਂ ਏਰੀਆ ਵਧਾਇਆ ਅਤੇ ਜ਼ਿਆਦਾ ਮੈਗਨੈਟਿਕ ਫਲਕਸ ਫਲੋ ਕਰ ਰਿਹਾ। ਲਾਈਨਸ ਕਿੰਨੀਆਂ? 1 2 3 4। ਮੈਗਨੈਟਿਕ ਫਲਕਸ 4।
ਠੀਕ ਹੈ, ਇਹਨੂੰ ਤਾਂ ਤੁਸੀਂ ਸਮਝ ਗਏ ਹੋਵੋਗੇ ਯਾਰ, ਠੀਕ ਹੈ ਨਾ। ਹੁਣ ਇਹਦੇ ਵਿੱਚੋਂ ਆਪਣੇ ਕੋਲ ਕੀ ਨਿਕਲ ਕੇ ਆਇਆ, ਹੁਣ ਇਹਨੂੰ ਦੇਖ ਕੇ ਆਪਾਂ ਕੀ ਕਹਿ ਸਕਦੇ ਹਾਂ, ਦੇਖੋ ਇਹਨੂੰ ਦੇਖ ਕੇ ਆਪਾਂ ਕੀ ਕਹਿ ਸਕਦੇ ਹਾਂ, ਮੈਗਨੈਟਿਕ ਫਲਕਸ ਇਸ ਡਾਇਰੈਕਟਲੀ ਪ੍ਰਪੋਰਸ਼ਨਲ ਟੂ ਏ। ਆਪਾਂ ਵੀਡੀਓ ਕਲੀਅਰ ਆ ਰਹੀ ਹੈ ਨਾ। ਹੁਣ ਦੇਖੋ ਆਪਾਂ ਏਰੀਆ ਵਧਾਇਆ, ਜਿਵੇਂ ਹੀ ਆਪਾਂ ਏਰੀਆ ਵਧਾਇਆ ਮੈਗਨੈਟਿਕ ਲਾਈਨਸ ਵਧੀਆਂ ਅਤੇ ਮੈਗਨੈਟਿਕ ਫਲਕਸ ਵਧਿਆ ਵੀ, ਠੀਕ ਹੈ। ਹੁਣ ਦੇਖੋ ਜਦੋਂ ਆਪਾਂ ਮੈਗਨੈਟਿਕ ਫੀਲਡ ਨੂੰ ਸਟਰੋਂਗ ਕੀਤਾ ਤਾਂ ਆਪਣਾ ਫਲਕਸ ਵਧਿਆ, ਮਤਲਬ ਕਿ ਮਤਲਬ ਜਦੋਂ ਆਪਾਂ ਉਹਨੂੰ ਵਧਾਇਆ ਮੈਗਨੈਟਿਕ ਫੀਲਡ ਨੂੰ ਵਧਾਇਆ ਅਤੇ ਆਹ ਵਧਿਆ ਫਲਕਸ ਵਧਿਆ। ਜਦੋਂ ਆਪਾਂ ਏਰੀਆ ਨੂੰ ਵਧਾਇਆ ਤਾਂ ਵੀ ਆਪਣਾ ਜਿਹੜਾ ਫਲਕਸ ਵਧਿਆ ਮੈਗਨੈਟਿਕ ਫਲਕਸ। ਹੁਣ ਆਪਾਂ ਨੇ ਇਹ ਦੋ ਆ ਗਏ, ਠੀਕ ਹੈ, ਇਹ ਦੋ ਆਪਣੇ ਆ ਗਏ, ਠੀਕ ਹੈ। ਹੁਣ ਇਹਦੇ ਵਿੱਚੋਂ ਆਪਾਂ ਜੇ ਫੋਰਮੂਲਾ ਬਣਾਈਏ ਤਾਂ ਕੀ ਬਣੇਗਾ, ਤਾਂ ਇਹਦੇ ਵਿੱਚੋਂ ਹੁਣ ਆਪਣਾ ਇੱਕ ਫੋਰਮੂਲਾ ਨਿਕਲ ਕੇ ਆ ਗਿਆ। ਕੀ ਫੋਰਮੂਲਾ ਨਿਕਲ ਕੇ ਆਇਆ, ਦੇਖੋ ਮੈਂ ਪਹਿਲਾਂ ਇੱਥੇ ਫੋਰਮੂਲੇ ਲਈ ਇੱਕ ਜਗ੍ਹਾ ਛੱਡੀ। ਹੁਣ ਮੈਂ ਤੁਹਾਨੂੰ ਬਾਅਦ ਦੇ ਵਿੱਚ ਨਾ ਇਹਨੂੰ ਯਾਰ ਸਾਫ਼ ਜਿਹਾ ਕਰਕੇ ਤੁਹਾਨੂੰ ਭੇਜ ਦੂੰਗਾ ਫੋਟੋ, ਠੀਕ ਹੈ, ਨੋਟਸ ਦੇ ਤੌਰ 'ਤੇ, ਕਿਉਂਕਿ ਐਵੇਂ ਤਾਂ ਤੁਸੀਂ ਸਿਰਫ ਮੈਂ ਸਮਝਣ ਵਾਸਤੇ ਹੀ ਬਣਾ ਰਹੇ, ਇੱਕ ਹੱਥ ਦੇ ਵਿੱਚ ਕੈਮਰਾ ਫੜਿਆ ਤਾਂ ਹੈਂਡ ਰਾਈਟਿੰਗ ਅੱਛੀ ਨਹੀਂ ਆ ਰਹੀ। ਤਾਂ ਹੁਣ ਫੋਰਮੂਲਾ ਕੀ ਆਇਆ, ਇਹ ਦੋਨਾਂ ਦੇ ਵਿੱਚੋਂ ਮੈਗਨੈਟਿਕ ਫਲਕਸ ਇਜ਼ ਇਕੁਅਲ ਟੂ ਬੀ ਏ, ਠੀਕ ਹੈ, ਮੈਗਨੈਟਿਕ ਫਲਕਸ ਟੂ ਬੀ ਏ, ਠੀਕ ਹੈ। ਪਰ ਧਿਆਨ ਦੇਣਾ ਇੱਥੇ ਜਰਾ, ਇਹ ਹੁਣ ਆਪਾਂ ਨੂੰ ਤਾਂ ਐਵੇਂ ਲੱਗ ਰਿਹਾ ਕਿ ਇਹ ਇੱਦਾਂ, ਲੇਕਿਨ ਇਹ ਫੋਰਮੂਲਾ ਐਕਚੁਅਲ ਨਹੀਂ ਹੈ। ਇਹਦਾ ਐਕਚੁਅਲ ਫੋਰਮੂਲਾ ਹੈਗਾ, ਮੈਗਨੈਟਿਕ ਫਲਕਸ ਇਜ਼ ਇਕੁਅਲ ਟੂ ਬੀ ਏ ਕੋਸ ਥੀਟਾ। ਯੈਸ, ਦਿਸ ਇਜ਼ ਦਾ ਐਕਚੁਅਲ ਫੋਰਮੂਲਾ। ਤਾਂ ਹੁਣ ਤੁਸੀਂ ਕਹੋਗੇ ਕਿ ਇਹ ਇੱਧਰੋਂ ਇਹਦੇ ਵਿੱਚ ਕੋਸ ਥੀਟਾ ਕਿੱਥੋਂ ਆਇਆ, ਕਿ ਇਹ ਫੋਰਮੂਲਾ ਤਾਂ ਆਪਾਂ ਨੂੰ ਸਮਝ ਆ ਰਿਹਾ ਲੇਕਿਨ ਇਹ ਨਾਲ ਕਿਉਂ ਲੱਗਿਆ, ਠੀਕ ਹੈ। ਹੁਣ ਦੇਖੋ ਯਾਰ, ਇਹਨੂੰ ਸਮਝਣ ਲਈ ਵੀ ਆਪਾਂ ਇੱਕ ਐਗਜ਼ਾਮਪਲ ਦੇਵਾਂਗੇ, ਠੀਕ ਹੈ, ਵਿਦਾਊਟ ਐਗਜ਼ਾਮਪਲ ਮੈਂ ਕੁਛ ਨਹੀਂ ਸਮਝਾਵਾਂਗਾ, ਕਿਉਂਕਿ ਮੈਂ ਆਪਣੇ ਇੱਕ ਟੋਪਿਕ ਅਗਰ ਫੜਿਆ ਤਾਂ ਉਹਦੇ ਵਿੱਚ ਮੈਂ 100% ਦਊਂਗਾ। ਅਗਰ 99 ਵੀ ਰਹਿ ਗਿਆ ਨਾ ਤਾਂ ਮੈਨੂੰ ਸੈਟਿਸਫੈਕਸ਼ਨ ਨਹੀਂ ਮਿਲੇਗੀ, ਠੀਕ ਹੈ ਨਾ। ਇਸ ਕਰਕੇ ਆਪਾਂ ਇਹ ਤਾਂ ਹੁਣ ਆਪਣਾ ਇੰਨੀ ਗੱਲ ਤਾਂ ਖਤਮ ਹੋ ਗਈ ਨਾ, ਤੁਹਾਨੂੰ ਮੈਗਨੈਟਿਕ ਜਿਹੜੀ ਉਹਦੇ ਵਿੱਚ ਲਾਈਨਸ ਕ੍ਰੋਸ ਕਰਦੀਆਂ, ਮਤਲਬ ਤੁਹਾਨੂੰ ਕੀ ਉਹਦੇ ਪਰਪੈਂਡੀਕੂਲਰ ਹੈ ਮੈਗਨੈਟਿਕ ਫਲਕਸ ਦੇ। ਆਪਾਂ ਮਤਲਬ ਅਗਰ ਆਪਾਂ ਮੈਗਨੈਟਿਕ ਫੀਲਡ ਮੈਗਨੈਟਿਕ ਫੀਲਡ ਨੂੰ ਸਟਰੋਂਗ ਕਰਾਂਗੇ, ਮੈਗਨੈਟਿਕ ਫੀਲਡ ਵਧਾਵਾਂਗੇ ਤਾਂ ਇਹਨੂੰ ਵਧਾਵਾਂਗੇ, ਉਹਨੂੰ ਸਟਰੋਂਗ ਕਰਾਂਗੇ ਤਾਂ ਮੈਗਨੈਟਿਕ ਫਲਕਸ ਵਧੂਗਾ, ਠੀਕ ਹੈ। ਮੈਗਨੈਟਿਕ ਫਲਕਸ ਡਾਇਰੈਕਟਲੀ ਪ੍ਰਪੋਰਸ਼ਨਲ ਟੂ ਬੀ। ਅਤੇ ਅਗਰ ਆਪਾਂ ਏਰੀਆ ਨੂੰ ਵਧਾਵਾਂਗੇ ਤਾਂ ਮੈਗਨੈਟਿਕ ਫਲਕਸ ਜਿਹੜਾ ਉਹ ਵੀ ਵਧੂਗਾ। ਇਹਦਾ ਮਤਲਬ ਮੈਗਨੈਟਿਕ ਫਲਕਸ ਇਸ ਡਾਇਰੈਕਟਲੀ ਪ੍ਰਪੋਰਸ਼ਨਲ ਟੂ ਏ। ਉਹਦੇ ਵਿੱਚੋਂ ਆਪਣਾ ਫੋਰਮੂਲਾ ਇਹ ਆਇਆ। ਹੁਣ ਮੈਂ ਤੁਹਾਨੂੰ ਇੱਕ ਨਵੀਂ ਗੱਲ ਦੱਸੀ ਹੈ ਕਿ ਆਪਣਾ ਐਕਚੁਅਲ ਫੋਰਮੂਲਾ ਨਹੀਂ ਹੈ, ਆਪਣਾ ਐਕਚੁਅਲ ਫੋਰਮੂਲਾ ਇਹ ਹੈ। ਹੁਣ ਕੋਸ ਥੀਟਾ ਨਾਲ ਕਿਉਂ ਲੱਗਾ, ਹੁਣ ਆਪਾਂ ਇਹਦੀ ਗੱਲ ਕਰਦੇ ਹਾਂ ਜਰਾ, ਠੀਕ ਹੈ। ਹੁਣ ਇਹਦੇ ਵਿੱਚ ਤੁਸੀਂ ਯਾਰ ਇਹ ਸਮਝੋ ਕਿ ਥੀਟਾ ਇਜ਼ ਐਂਗਲ ਬਿਟਵੀਨ ਮੈਗਨੈਟਿਕ ਫੀਲਡ ਵੈਕਟਰ ਐਂਡ ਏਰੀਆ ਵੈਕਟਰ, ਠੀਕ ਹੈ ਨਾ। ਯਾਰ ਮੈਂ ਨਾ ਲਿਖ ਦਿੰਦਾ, ਠੀਕ ਹੈ। ਥੀਟਾ ਇਸ, ਹੁਣ ਆਪਾਂ ਉਹਦੀ ਗੱਲ ਕਰ ਰਹੇ ਹਾਂ, ਇਸ ਐਂਗਲ ਬਿਟਵੀਨ। ਹੁਣ ਤੁਸੀਂ ਇਹ ਸਮਝਣਾ ਕਿ ਮੈਂ ਗੱਲ ਕਰ ਰਿਹਾ ਕਿ ਐਂਗਲ ਬਿਟਵੀਨ ਮੈਗਨੈਟਿਕ ਫੀਲਡ ਵੈਕਟਰ ਐਂਡ ਏਰੀਆ ਵੈਕਟਰ, ਠੀਕ ਹੈ। ਇਸ ਗੱਲ ਨੂੰ ਤੁਸੀਂ ਧਿਆਨ ਨਾਲ ਸਮਝ ਲਓ ਯਾਰ। ਇਹਦੇ ਵਿੱਚ ਨਾ ਏਰੀਆ ਵੈਕਟਰ ਤੇ ਹੁਣ ਸਾਰਿਆਂ ਨੂੰ ਪਤਾ ਹੋਊਗਾ ਯਾਰ, ਠੀਕ ਹੈ ਨਾ ਯਾਰ। ਹੁਣ ਏਰੀਆ ਵੈਕਟਰ ਨਹੀਂ ਮੈਂ ਸਮਝਾਵਾਂਗਾ। ਹੁਣ ਇੱਕ ਮਿੰਟ ਜੇ ਆਪਾਂ ਉੱਪਰੋਂ ਲੈ ਲਈਏ ਯਾਰ, ਏਰੀਆ ਕੀ ਹੈ, ਮਤਲਬ ਕਿਸੇ ਸਰਫੇਸ ਦੇ ਪਰਪੈਂਡੀਕੂਲਰ, ਠੀਕ ਹੈ। ਤਾਂ ਹੁਣ ਇਹ ਜਿਹੜਾ ਏਰੀਆ ਨਾ ਯਾਰ, ਏਰੀਆ ਨਾ ਆਪਣਾ ਉਹ ਸਕੇਲ ਪੌਨ dt ਨਹੀਂ ਹੈ। ਉਹ ਏਰੀਆ ਜਿਹੜਾ ਆਪਣਾ ਹੈਗਾ ਉਹ ਵੈਕਟਰ ਪੌਨ dt ਹੋਈ ਆ, ਠੀਕ ਹੈ ਨਾ। ਇਹ ਹੁਣ ਤੁਸੀਂ ਇੰਨਾ ਕੁ ਸਮਝ ਚੁੱਕੇ ਹੋ ਨਾ ਯਾਰ। ਹੁਣ ਆਪਾਂ ਫਿਰ ਵੀ ਇੱਕ ਵਾਰੀ ਚੰਗੀ ਤਰ੍ਹਾਂ ਡਿਫਾਈਨ ਕਰਦੇ ਹਾਂ ਕਿ ਕੋਸ ਥੀਟਾ ਕਿਵੇਂ ਆਇਆ, ਠੀਕ ਹੈ। ਹੁਣ ਆਪਾਂ ਮਤਲਬ ਹੁਣ ਨੈਕਸਟ ਐਗਜ਼ਾਮਪਲ ਦੇ ਵਿੱਚ ਆਪਾਂ ਇਹ ਸਮਝਾਂਗੇ। ਇੱਥੋਂ ਤੱਕ ਕਲੀਅਰ ਹੈ ਕਿ ਨਹੀਂ ਪਹਿਲਾਂ ਮੈਨੂੰ ਇਹ ਦੱਸੋ।
ਇੱਥੋਂ ਤੱਕ ਕਲੀਅਰ ਹੈ। ਹੁਣ ਆਪਾਂ ਅਗਲੇ ਦੇ ਵਿੱਚ ਇਹ ਸਮਝਾਂਗੇ ਕਿ ਇਹ ਸਮਝਦੇ ਹਾਂ ਕਿ ਆਹ ਕੋਸ ਥੀਟਾ ਕਿਵੇਂ ਆਇਆ। ਨਿੱਕੀ ਨਿੱਕੀ ਗੱਲ ਦੀ ਆਪਾਂ ਪੂਰੀ ਐਗਜ਼ਾਮਪਲ ਲਵਾਂਗੇ, ਡਿਟੇਲਸ ਦੇ ਵਿੱਚ ਜਾਵਾਂਗੇ, ਤਾਂ ਹੀ ਆਪਾਂ ਨੂੰ ਆਹ ਚੈਪਟਰ ਸਮਝ ਆਏਗਾ। ਠੀਕ ਹੈ, ਇਸ ਤੋਂ ਬਾਅਦ ਆਪਾਂ ਅੱਗੇ ਗੱਲ ਕਰਾਂਗੇ ਫੈਰਾਡੇ ਲੋ ਬਾਰੇ ਵੀ ਗੱਲ ਕਰਾਂਗੇ। ਠੀਕ ਹੈ, ਅਗਰ ਦੇਖਦੇ ਹਾਂ ਇਹਦੇ 'ਚ ਜਿੰਨਾ ਕਵਰ ਹੁੰਦਾ ਮੈਂ ਕਵਰ ਕਰ ਲਾਂਗੇ। ਜੇ ਲੈਂਜ਼ ਲੋ ਨਹੀਂ ਕਵਰ ਹੋਊਗਾ ਤਾਂ ਉਹ ਰਹਿਣ ਦਾਂਗੇ। ਆਪਾਂ ਫੈਰਾਡੇ ਦੇ ਜਿਹੜੇ 2 ਲੋ ਹੈ ਆਪਾਂ ਉਹ ਚੰਗੀ ਤਰ੍ਹਾਂ ਸਮਝ ਲਾਂਗੇ। ਇਸ ਮੇਰੇ ਵਾਲੇ ਸੈਮੀਨਾਰ ਦੇ ਵਿੱਚ ਮੈਂ ਤੁਹਾਨੂੰ ਇਹ ਚੰਗੀ ਤਰ੍ਹਾਂ ਸਮਝਾ ਦੂੰਗਾ। ਠੀਕ ਆ, ਤਾਂ ਠੀਕ ਹੈ ਯਾਰ, ਤੁਹਾਨੂੰ ਆਹ ਗੱਲ ਸਮਝ ਲੱਗ ਗਈ ਨਾ ਇੱਥੋਂ ਤੱਕ। ਹੁਣ ਆਪਾਂ ਦੇਖਦੇ ਹਾਂ ਕਿ ਆਪਣਾ ਕੋਸ ਥੀਟਾ ਕਿਵੇਂ ਆਇਆ, ਜਿਵੇਂ ਕਿ ਮੈਂ ਤੁਹਾਨੂੰ ਦੱਸਿਆ ਸੀਗਾ। ਤਾਂ ਹੁਣ ਇਹਦੇ ਵਿੱਚ ਐਵੇਂ ਆ ਯਾਰ, ਦੇਖੋ ਹੁਣ ਆਪਾਂ ਇਹਦੀ ਐਗਜ਼ਾਮਪਲ ਐਵੇਂ ਲੈਂਦੇ ਹਾਂ ਕਿ ਸੇਮ ਆਪਾਂ ਉਹੀ ਸਰਫੇਸ ਇੱਥੇ ਬਣਾ ਲੈਂਦੇ ਹਾਂ। ਠੀਕ ਹੈ, ਆਪਾਂ ਯਾਰ ਮੈਂ ਕੰਪਲੀਕੇਟਡ ਕਰਨਾ ਹੀ ਨਹੀਂ, ਮੈਂ ਤੁਹਾਨੂੰ ਬਹੁਤ ਈਜ਼ੀਲੀ ਸਮਝਾਉਣਾ। ਜਿਵੇਂ ਜਿਵੇਂ ਆਪਾਂ ਆਹ ਸਰਫੇਸ ਬਣਾਈ ਉੱਦਾਂ ਹੀ ਆਪਾਂ ਆਹ ਸਰਫੇਸ ਬਣਾ ਲੈਂਦੇ ਹਾਂ, ਗੱਲ ਖਤਮ। ਆਪਣੀ ਸਰਫੇਸ ਬਣ ਗਈ। ਠੀਕ ਹੈ, ਹੁਣ ਇਹਦੇ ਵਿੱਚੋਂ ਦੇਖੋ, ਇਹਦੇ ਵਿੱਚੋਂ ਏਰੀਆ ਵੈਕਟਰ ਜਿਹੜੀ ਲਾਈਨ ਪਹਿਲਾਂ ਆਪਾਂ ਬਣਾ ਲਈਏ। ਹੁਣ ਏਰੀਆ ਵੈਕਟਰ ਜਿਹੜਾ ਉਹ ਤਾਂ ਪਰਪੈਂਡੀਕੂਲਰ ਹੀ ਹੁੰਦਾ ਨਾ, ਆਹ ਦੇਖੋ ਮੈਂ ਤੁਹਾਨੂੰ ਦੱਸਿਆ। ਠੀਕ ਹੈ, ਬਸ ਇਹੀ ਚੀਜ਼ਾਂ ਅੱਧੀਆਂ ਤੋਂ ਜ਼ਿਆਦਾ ਇਹਦੇ ਵਿੱਚ ਅਪਲਾਈ ਹੋ ਰਹੀਆਂ, ਏਰੀਆ ਵੈਕਟਰ। ਠੀਕ ਹੈ, ਹੁਣ ਮੈਨੂੰ ਇੱਕ ਗੱਲ ਦੱਸੋ ਕਿ ਇਸ ਤੋਂ ਪਹਿਲਾਂ ਤਾਂ ਆਪਾਂ ਮੈਗਨੈਟਿਕ ਫੀਲਡ ਲਾਈਨਸ ਪਰਪੈਂਡੀਕੂਲਰ ਬਣਾਈਆਂ ਸੀ, ਸਾਰੀਆਂ ਪਰਪੈਂਡੀਕੂਲਰ ਬਣੀਆਂ ਹੋਈਆਂ ਉੱਪਰ। ਲੇਕਿਨ ਇਹ ਗੱਲ ਜ਼ਰੂਰੀ ਥੋੜ੍ਹੀ ਹੈ ਕਿ ਜਿਹੜੀ ਆਪਣੀ ਮੈਗਨੈਟਿਕ ਫੀਲਡ ਲਾਈਨਸ ਹੈ ਉਹ ਪਰਪੈਂਡੀਕੂਲਰ ਹੀ ਹੋਣ, ਕੋਈ ਜ਼ਰੂਰੀ ਹੈ ਇਹਦੇ ਵਿੱਚ। ਹੁਣ ਇਸ ਕਰਕੇ ਹੁਣ ਮਤਲਬ ਆਪਣੀ ਮੈਗਨੈਟਿਕ ਫੀਲਡ ਲਾਈਨਸ ਹੈ, ਜਿਹੜੀ ਆਪਣੀ ਫਲਕਸ ਲਾਈਨ ਹੈ, ਉਹ ਮੰਨ ਲਓ ਸਿੱਧੀ ਨਹੀਂ ਜਾ ਕੇ ਐਵੇਂ ਚਲੀ ਜਾਂਦੀ ਹੈ। ਠੀਕ ਹੈ, ਥੋੜ੍ਹਾ ਜਿਹਾ ਅਗਰ ਨਹੀਂ ਠੀਕ ਬਣਿਆ ਤਾਂ ਤੁਸੀਂ ਮੇਰੀ ਗੱਲ ਸਮਝ ਲੈਣਾ। ਠੀਕ ਹੈ ਨਾ, ਠੀਕ ਹੈ, ਮੈਗਨੈਟਿਕ ਫੀਲਡ ਲਾਈਨ। ਹੁਣ ਦੇਖੋ, ਹੁਣ ਆਪਾਂ ਤਾਂ ਉਹੀ ਚੀਜ਼ ਲੈਣੀ ਹੈ ਨਾ ਜਿਹੜੀ ਚੀਜ਼ ਪਰਪੈਂਡੀਕੂਲਰ ਹੋਵੇ। ਹੁਣ ਇਹ ਇੱਦਾਂ ਜਾ ਰਹੀ, ਹੁਣ ਆਪਾਂ ਬੀ ਤਾਂ ਲੈ ਨਹੀਂ ਸਕਦੇ। ਹੁਣ ਇਹ ਬੀ ਅਤੇ ਇਹ ਏਰੀਆ ਆਫ ਵੈਕਟਰ ਹੈ, ਸੋਰੀ ਇਹ ਲਿਖਣਾ ਸੀਗਾ। ਹੁਣ ਦੇਖੋ, ਹੁਣ ਇਹ ਅਤੇ ਇਹ ਦੋਨਾਂ ਦੇ ਵਿੱਚ ਆਪਾਂ ਕੀ ਲਵਾਂਗੇ, ਪਰਪੈਂਡੀਕੂਲਰ ਲਵਾਂਗੇ ਨਾ। ਆਪਾਂ ਇਹ ਚੀਜ਼ ਨਹੀਂ ਲੈਣੀ, ਆਪਾਂ ਇਹ ਚੀਜ਼ ਲੈਣੀ ਹੈ ਪਰਪੈਂਡੀਕੂਲਰ। ਹੁਣ ਇਹ ਦੋਨਾਂ ਦੇ ਵਿੱਚ ਥੀਟਾ ਐਂਗਲ ਬਣ ਰਿਹਾ। ਠੀਕ ਹੈ, ਹੁਣ ਬਸ ਆਪਾਂ ਇਹੀ ਚੀਜ਼ ਦੇਖਣੀ ਹੈ। ਹੁਣ ਇਹਦੇ ਵਿੱਚ ਕੀ ਆਏਗਾ, ਬੀ ਕੋਸ ਥੀਟਾ, ਅਤੇ ਇਹਦੇ ਵਿੱਚ ਕੀ ਆਏਗਾ, ਬੀ ਸਾਈਨ ਥੀਟਾ। ਠੀਕ ਹੈ, ਹੁਣ ਤੁਸੀਂ ਮੈਨੂੰ ਇੱਕ ਗੱਲ ਦੱਸੋ, ਜਦੋਂ ਇਹਦੇ ਵਿੱਚ ਇਹਨੇ ਥੀਟਾ ਦਾ ਐਂਗਲ ਬਣਾਇਆ, ਹੁਣ ਆਪਾਂ ਮੈਂ ਤੁਹਾਨੂੰ ਦੱਸਿਆ ਹੁਣ ਆਪਾਂ ਉਹ ਲਾਈਨ ਦੇਖਣੀ ਜਿਹੜੀ ਪਰਪੈਂਡੀਕੂਲਰ ਜਾ ਰਹੀ, ਮਤਲਬ ਆਪਣਾ ਏ ਪਰਪੈਂਡੀਕੂਲਰ ਜਾ ਰਿਹਾ, ਆਪਾਂ ਸਿਰਫ ਇਹਨੂੰ ਦੇਖਣਾ। ਅਤੇ ਬੀ ਜਿਹੜਾ ਆਪਣਾ ਬੀ ਅਤੇ ਏ ਕਿਹੜਾ ਐਂਗਲ ਬਣਾ ਰਿਹਾ, ਥੀਟਾ ਦਾ। ਹੁਣ ਤੁਸੀਂ ਮੈਨੂੰ ਇੱਕ ਗੱਲ ਦੱਸੋ, ਇਹ ਥੀਟਾ ਐਂਗਲ ਬਣਾ ਰਹੇ ਆ। ਹੁਣ ਤੁਸੀਂ ਮੈਨੂੰ ਇੱਕ ਗੱਲ ਦੱਸੋ ਕਿ ਇਹਦੇ ਵਿੱਚ ਇੰਨੇ ਕੁ ਦੇ ਵਿੱਚ ਜੇਕਰ ਆਪਾਂ ਸਿਰਫ ਇਹਨੂੰ ਦੇਖੀਏ ਧਿਆਨ ਨਾਲ, ਅਤੇ ਜੇ ਆਪਾਂ ਬੜੇ ਧਿਆਨ ਦੇ ਨਾਲ ਇਸ ਚੀਜ਼ ਨੂੰ ਦੇਖੀਏ, ਤਾਂ ਕੀ ਇਹਦੇ ਲਈ ਆਹ ਵਾਲਾ ਫੋਰਮੂਲਾ ਠੀਕ ਸੀਗਾ? ਇਹਦੇ ਲਈ ਆਹ ਵਾਲਾ ਫੋਰਮੂਲਾ ਠੀਕ ਰਹੇਗਾ? ਨਹੀਂ ਨਾ। ਤਾਂ ਹੁਣ ਜਦੋਂ ਇਹਦੇ ਵਿੱਚ ਆਹ ਵਾਲਾ ਫੋਰਮੂਲਾ ਹੀ ਅਪਲਾਈ ਹੋਏਗਾ ਨਾ ਯਾਰ, ਇਹ ਫੋਰਮੂਲਾ ਅਪਲਾਈ ਹੋਏਗਾ ਨਾ, ਤਾਂ ਬਸ ਕੋਸ ਥੀਟਾ ਜਿਹੜਾ ਹੈਗਾ ਇੱਥੋਂ ਆਇਆ। ਹੁਣ ਤਾਂ ਤੁਸੀਂ ਮੰਨਦੇ ਹੋ ਨਾ ਕਿ ਆਹ ਦੇਖੋ, ਪੈਨ ਨਾਲ ਲਿਖਦੇ ਹਾਂ ਕਿ ਮੈਗਨੈਟਿਕ ਫਲਕਸ ਬੀ ਏ ਤਾਂ ਤੁਹਾਨੂੰ ਪਤਾ ਨਾ, ਮੈਗਨੈਟਿਕ ਫਲਕਸ ਇਜ਼ ਡਾਇਰੈਕਟਲੀ ਪ੍ਰਪੋਰਸ਼ਨਲ ਟੂ ਦਾ ਮੈਗਨੈਟਿਕ ਫੀਲਡ, ਅਤੇ ਇਹ ਆਪਣਾ ਆਇਆ ਮੈਗਨੈਟਿਕ ਫਲਕਸ ਇਜ਼ ਡਾਇਰੈਕਟਲੀ ਪ੍ਰਪੋਰਸ਼ਨਲ ਟੂ ਦਾ ਏਰੀਆ ਆਫ ਸਰਫੇਸ। ਠੀਕ ਹੈ, ਬੀ ਏ। ਹੁਣ ਇਹਦੇ ਨਾਲ ਕੋਸ ਥੀਟਾ ਕਿਵੇਂ ਲੱਗਾ, ਸਮਝ ਲੱਗ ਗਈ ਨਾ ਇਹਦੇ ਵਿੱਚੋਂ? ਜੇ ਤੁਸੀਂ ਆਹ ਵਾਲਾ ਪੇਜ, ਜੇ ਤੁਸੀਂ ਆਹ ਵਾਲੀ ਚੀਜ਼ ਚੰਗੀ ਤਰ੍ਹਾਂ ਪੜ੍ਹੇ ਹੋਗੇ, ਚੰਗੀ ਤਰ੍ਹਾਂ ਇਹ ਸਮਝੀ ਹੋਊਗੀ ਮੇਰੀ, ਤਾਂ ਮੈਨੂੰ ਲੱਗਦਾ ਆਹ ਫੋਰਮੂਲਾ ਤੁਹਾਨੂੰ ਕਦੇ ਭੁੱਲੇਗਾ ਨਹੀਂ। ਆਹ ਵਾਲਾ ਫੋਰਮੂਲਾ ਇਹ ਸੀਗਾ, ਠੀਕ ਸੀਗਾ ਕਿਸੇ ਹੱਦ ਤੱਕ, ਲੇਕਿਨ ਐਕਚੁਅਲ ਦੇ ਵਿੱਚ ਫੋਰਮੂਲਾ ਇਹ ਹੈ। ਉਹਨੂੰ ਮੈਂ ਜਿਹੜਾ ਐਕਚੁਅਲ 'ਚ ਫੋਰਮੂਲਾ ਉਹ ਮੈਂ ਸਿਰਫ ਤੁਹਾਨੂੰ ਦੱਸਿਆ ਹੀ ਨਹੀਂ ਕਿ ਇਹ ਫੋਰਮੂਲਾ ਤੁਸੀਂ ਇਹਨੂੰ ਰੱਟ ਲਓ, ਇਹਨੂੰ ਯਾਦ ਕਰ ਲਓ। ਮੈਂ ਤੁਹਾਨੂੰ ਉਹਦੀ ਇੱਕ ਲਾਈਵ ਐਗਜ਼ਾਮਪਲ ਦੇ ਕੇ ਸਮਝਾਇਆ ਕਿ ਆਹ ਕੋਸ ਥੀਟਾ ਇਹਦੇ ਨਾਲ ਕਿਉਂ ਲੱਗਿਆ। ਕਲੀਅਰ? ਨੋ ਰੋਕਟ ਸਾਇੰਸ। ਹੁਣ ਠੀਕ ਹੈ ਨਾ, ਇੱਥੋਂ ਤੱਕ ਤਾਂ ਕਲੀਅਰ ਹੈ ਨਾ? ਹੁਣ ਮਤਲਬ ਆਪਣਾ ਫਲਕਸ ਬਾਰੇ ਜਿੰਨੀ ਵੀ ਜਾਣਕਾਰੀ ਸੀ ਉਹ ਆਪਣੀ ਕਲੀਅਰ ਹੋ ਗਈ। ਹੁਣ ਮੈਂ ਤਾਂ ਹਾਂਜੀ, ਤਾਂ ਹੁਣ ਮੈਨੂੰ ਇੱਕ ਗੱਲ ਦੱਸੋ ਕਿ ਇਹਦੇ ਵਿੱਚੋਂ ਸਾਨੂੰ ਫਲਕਸ ਬਾਰੇ ਪਤਾ ਲੱਗ ਗਿਆ। ਠੀਕ ਹੈ, ਫਲਕਸ ਬਾਰੇ ਪਤਾ ਲੱਗ ਗਿਆ। ਹੁਣ ਜੇ ਤੁਹਾਨੂੰ ਯਾਦ ਹੋਵੇ ਕਿ ਜਦੋਂ ਮੈਂ ਵੀਡੀਓ ਸਟਾਰਟ ਕੀਤੀ ਸੀਗੀ, ਮੈਂ ਪਹਿਲਾਂ ਹੀ ਕਿਹਾ ਸੀ, ਜਦੋਂ ਮੈਂ ਇਹ ਹੈਡਿੰਗ ਲਿਖ ਰਿਹਾ ਸੀਗਾ, ਤਾਂ ਮੈਂ EMI ਜਦੋਂ ਲਿਖਿਆ ਸੀ, ਅਤੇ ਮੈਂ ਕਿਹਾ ਵੀ ਆਪਾਂ ਪਹਿਲਾਂ ਫਲਕਸ ਸਮਝਦੇ ਹਾਂ। ਦੇਖੋ, ਇਲੈਕਟ੍ਰਿਕ ਫਲਕਸ ਅਤੇ ਮੈਗਨੈਟਿਕ ਫਲਕਸ, ਜਦੋਂ ਮੈਂ ਤੁਹਾਨੂੰ ਇਹਦਾ ਜ਼ਿਆਦਾ ਇਹੀ ਮੇਨ ਸਮਝਾਇਆ ਸੀਗਾ, ਅਤੇ ਮੈਂ ਕਿਹਾ ਆਪਾਂ EMI ਦੀ ਗੱਲ ਬਾਅਦ 'ਚ ਕਰਦੇ ਹਾਂ। ਜਦੋਂ ਤੱਕ ਤੁਸੀਂ ਇਹੀ ਨਹੀਂ ਸਮਝੋਗੇ ਯਾਰ, ਤੁਹਾਨੂੰ EMI ਨਹੀਂ ਫਿਰ ਸਮਝ ਆਏਗੀ ਨਾ। ਤਾਂ ਕਰਕੇ ਫਿਰ ਮੈਂ ਪਹਿਲਾਂ ਸਾਰਾ ਸਮਝਾਇਆ ਸੀ ਤੁਹਾਨੂੰ। ਅੱਛਾ, ਹੁਣ ਆਪਾਂ ਕੀ ਸਮਝਣਾ,
EMI जो कि मैं जिद्दां मैं तुहानूं कहा सीगा। आ देखो हुण आपां टॉपिक पा लिया EMI समझना। हुण EMI देखो हुण EMI समझण दे लई सानूं फैराडे लॉ भी समझना पएगा। ठीक है हुण देखो यार तुसीं ये समझो कि EMI दी खोज दे विच ना फैराडे साहब दा बड़ा वड्डा हत्थ सीगा। ठीक है तो इस करके मैं हैडिंग मैं टॉपिक लिखिਆ फैराडेज एक्सपैरीमेंटल ऑब्जर्वेशन। जो उन्होंने देखा ਤਾਂ ਉਹਦੀ ਆਪਾਂ ਇੱਕ ਐਗਜ਼ਾਮਪਲ ਲੈਂਦੇ ਹਾਂ। ਉਸ ਤੋਂ ਬਾਅਦ ਅੱਗੇ ਆਪਾਂ ਦੇਖੋ ਇਹ ਜਿਹੜੀਆਂ ਐਗਜ਼ਾਮਪਲਸ ਹੋਣਗੀਆਂ ਨਾ ਇਹਦੇ ਵਿੱਚ ਕੁਛ ਨਾ ਕੁਛ ਕਿਤੇ ਨਾ ਕਿਤੇ ਕੰਡੀਸ਼ਨ ਸਪਲਾਈ ਆ। ਮੈਂ ਤੁਹਾਨੂੰ ਪਹਿਲਾਂ ਹੀ ਦੱਸ ਦਿੰਦਾ ਅਤੇ ਉਹ ਆਪਾਂ ਟੋਟਲੀ ਜਿਹੜੀ ਬਿਲਕੁਲ ਤਰੀਕੇ ਨਾਲ ਜੋ ਆਪਾਂ ਸੋਲਵ ਕਰਾਂਗੇ ਉਹ 'ਤੇ ਜਦੋਂ ਆਪਾਂ ਇਹਦੀ ਡੈਫੀਨੇਸ਼ਨ ਲਿਖਾਂਗੇ ਨਾ ਉੱਧਰੋਂ ਸਮਝ ਆਏਗੀ। ਬਟ ਅਗਰ ਮੈਂ ਪਹਿਲਾਂ ਹੀ ਡੈਫੀਨੇਸ਼ਨ ਲਿਖ ਦੂੰਗਾ ਐਗਜ਼ਾਮਪਲਸ ਨਹੀਂ ਦਊਂਗਾ ਤਾਂ ਬਿਲਕੁਲ ਵੀ ਨਹੀਂ ਸਮਝ ਆਏਗਾ। ਇਸ ਕਰਕੇ ਪਹਿਲਾਂ ਆਪਾਂ ਐਗਜ਼ਾਮਪਲ ਲੈਂਦੇ ਹਾਂ। ਕੁਛ ਕੁ ਕੰਡੀਸ਼ਨਸ ਉਹਦੇ ਵਿੱਚ ਅਪਲਾਈ ਹੈ ਉਹ ਆਪਾਂ ਨੂੰ ਉੱਥੇ ਕਲੀਅਰ ਹੋ ਜਾਣਗੀਆਂ। ਲੇਕਿਨ ਪਹਿਲਾਂ ਆਪਾਂ ਇਹਦੀ ਆਪਾਂ ਐਗਜ਼ਾਮਪਲਸ ਲੈਣੇ ਕਿ ਫੈਰਾਡੇ ਨੇ ਦੇਖਿਆ ਕੀ ਹੈ। ਠੀਕ ਹੈ EMI ਦੇ ਖੋਜ ਦੇ ਵਿੱਚ। ਚਲੋ ਹੁਣ ਆਪਾਂ ਸ਼ੁਰੂਆਤ ਕਰਦੇ ਹਾਂ। ਤਾਂ ਹੁਣ ਇਹਦੇ ਵਿੱਚ ਆਪਾਂ ਤਾਂ ਫੈਰਾਡੇ ਨੇ ਇਹ ਦੇਖਿਆ ਕਿ ਆਪਣੇ ਕੋਲ ਇਨਵਰਡ ਮੈਗਨੈਟਿਕ ਫੀਲਡ ਆ ਜਿਹੜੇ ਮੈਂ ਕਰੋਸ ਬਣਾਏ ਆ ਇਨਵਰਡ ਮੈਗਨੈਟਿਕ ਫੀਲਡ ਆ। ਠੀਕ ਹੈ ਤਾਂ ਹੁਣ ਆ ਇਨਵਰਡ ਮੈਗਨੈਟਿਕ ਫੀਲਡ ਹੈ ਤਾਂ ਇਹਦੇ ਵਿੱਚ ਆਪਾਂ ਇੱਕ ਕੋਇਲ ਰੱਖਤਾ। ਠੀਕ ਹੈ ਇਹਦੇ ਵਿੱਚ ਆਪਾਂ ਇੱਕ ਕੋਇਲ ਰੱਖਤਾ ਮੈਗਨੈਟਿਕ ਫੀਲਡ ਅਤੇ ਕੰਡਕਟਿੰਗ ਕੋਇਲ ਰੱਖਤਾ। ਠੀਕ ਹੈ ਇਹ ਗੱਲ ਨੂੰ ਜਿਹੜਾ ਧਿਆਨ ਦਿਓ ਕੰਡਕਟਿੰਗ ਕੋਇਲ ਰੱਖਤਾ ਕੰਡਕਟਿੰਗ ਕੋਇਲ। ਠੀਕ ਹੈ ਹੁਣ ਇਹ ਦੇਖਿਆ ਗਿਆ ਕਿ ਜੇ ਤਾਂ ਦੇਖੋ ਯਾਰ ਜੇ ਤਾਂ ਮੈਗਨੈਟਿਕ ਫੀਲਡ ਕੋਨਸਟੈਂਟ ਹੈ ਫਿਰ ਤਾਂ ਕੋਈ ਗੱਲ ਨਹੀਂ। ਅਗਰ ਤਾਂ ਇਹ ਕੋਨਸਟੈਂਟ ਹੈ ਤਾਂ ਕੋਈ ਗੱਲ ਨਹੀਂ। ਲੇਕਿਨ ਜੇ ਇਹ ਵੇਰੀਏਬਲ ਹੈ ਮਤਲਬ ਅਗਰ ਇਹ ਚੇਂਜ ਹੋ ਰਹੀ ਹੈ ਵੱਧ ਰਹੀ ਹੈ ਘੱਟ ਰਹੀ ਕੁਛ ਵੀ ਠੀਕ ਹੈ ਨਾ ਮਤਲਬ ਅਗਰ ਇਹ ਵੱਧ ਰਹੀ ਹੈ ਜਾਂ ਘੱਟ ਰਹੀ ਹੈ ਮੈਗਨੈਟਿਕ ਫੀਲਡ ਹੈ ਅਗਰ ਵੇਰੀਏਬਲ ਹੈ ਮੇਨ ਗੱਲ ਇਹ ਆ ਤਾਂ ਇਹਦੇ ਵਿੱਚ ਕਰੰਟ ਇੰਡਿਊਸਡ ਹੋ ਰਿਹਾ। ਸਮਝੀਏ ਗੱਲ ਕੰਡਕਟਿੰਗ ਕੋਇਲ ਦੇ ਵਿੱਚ ਕਰੰਟ ਇੰਡਿਊਸਡ ਹੋ ਰਿਹਾ। ਇੱਥੇ ਮੈਂ ਲਿਖ ਦਿੰਦਾ ਕਰੰਟ ਇਜ਼ ਇੰਡਿਊਸਡ ਇਨ ਕੋਇਲ। ਹੁਣ ਠੀਕ ਹੈ ਹੁਣ ਮੈਂ ਲਿਖਿਆ ਨਾ ਕਰੰਟ ਇਜ਼ ਇੰਡਿਊਸਡ ਇਨ ਕੋਇਲ ਮਤਲਬ ਇੰਡਿਊਸ ਦਾ ਮਤਲਬ ਹੈ ਕਿ ਆਪਣੇ ਆਪ ਕਰੰਟ ਆ ਗਿਆ ਮਤਲਬ ਬਿਨਾਂ ਹੱਥ ਲਾਏ ਕੋਈ ਅਗਰ ਕੰਮ ਹੋ ਗਿਆ ਤਾਂ ਆਪਾਂ ਉਹਨੂੰ ਇਹ ਸਮਝ ਲਈਏ ਕਰੰਟ ਇਜ਼ ਇੰਡਿਊਸਡ ਇਨ ਕੋਇਲ। ਠੀਕ ਹੈ ਹੁਣ ਉਹ ਕਿਵੇਂ ਹੋਏਗਾ ਜਦੋਂ ਆਪਣੀ ਮੈਗਨੈਟਿਕ ਫੀਲਡ ਚੇਂਜਿੰਗ ਪੋਜੀਸ਼ਨ 'ਚ ਆ ਵੇਰੀਏਬਲ ਆ। ਹੁਣ ਇਹ ਡਜ਼ਨਟ ਮੈਟਰ ਕਿ ਉਹ ਵੱਧ ਰਹੀ ਹੈ ਕਿ ਘੱਟ ਰਹੀ ਆ। ਅਤੇ ਜਿਵੇਂ ਮੰਨ ਲਓ ਯਾਰ ਕਿ ਅਗਰ ਉਹ ਟਾਈਮ ਦੇ ਨਾਲ ਠੀਕ ਹੈ ਅਗਰ ਉਹ ਮੈਗਨੈਟਿਕ ਫੀਲਡ ਟਾਈਮ ਦੇ ਨਾਲ ਵੱਧ ਰਹੀ ਹੈ ਤਾਂ ਵੀ ਇਹਦੇ ਵਿੱਚ ਕਰੰਟ ਜਿਹੜਾ ਹੈਗਾ ਕੋਇਲ ਦੇ ਵਿੱਚ ਕਰੰਟ ਇੰਡਿਊਸਡ ਹੋਏਗਾ। ਜਾਂ ਅਗਰ ਟਾਈਮ ਦੇ ਨਾਲ ਘੱਟ ਰਹੀ ਆ 2/T ਤਾਂ ਵੀ ਇਹ ਦੇਖਿਆ ਗਿਆ ਕਿ ਜਿਹੜਾ ਕਰੰਟ ਹੈ ਇੰਡਿਊਸਡ ਹੋਇਆ। ਠੀਕ ਹੈ ਮਤਲਬ ਕਿ ਸਡਨਲੀ ਫਿਰ ਇਹ ਦੇਖਿਆ ਗਿਆ ਕਿ ਅਗਰ ਆਹ ਜਿਹੜੀ ਚੀਜ਼ ਆ ਅਗਰ ਮੈਗਨੈਟਿਕ ਫੀਲਡ ਆ ਅਗਰ ਇਹ ਚੇਂਜਿੰਗ ਪੋਜੀਸ਼ਨ ਦੇ ਵਿੱਚ ਆ ਵੇਰੀਏਬਲ ਪੋਜੀਸ਼ਨ ਦੇ ਵਿੱਚ ਆ ਕੋਨਸਟੈਂਟ ਨਹੀਂ ਹੈ ਤਾਂ ਕਰੰਟ ਇਜ਼ ਇੰਡਿਊਸਡ ਇਨ ਕੋਇਲ ਕੰਡਕਟਿੰਗ ਕੋਇਲ ਜਿਹੜੀ ਆਪਾਂ ਵਿੱਚ ਰੱਖੀ ਹੈ। ਠੀਕ ਹੈ ਇੱਕ ਗੱਲ ਸਮਝ ਲੱਗ ਗਈ ਕਿ ਅਗਰ ਮੈਗਨੈਟਿਕ ਫੀਲਡ ਹੈ ਜਿਹੜਾ ਅਗਰ ਮੈਗਨੈਟਿਕ ਫੀਲਡ ਹੈ ਅਗਰ ਇਹ ਚੇਂਜ ਹੋ ਰਿਹਾ ਵੱਧ ਰਿਹਾ ਘੱਟ ਰਿਹਾ ਡਜ਼ਨਟ ਮੈਟਰ ਤਾਂ ਫਿਰ ਵੀ ਕਰੰਟ ਜਿਹੜਾ ਇੰਡਿਊਸਡ ਹੋਏਗਾ। ਠੀਕ ਹੈ ਹੁਣ ਆਪਾਂ ਇੱਕ ਸਮਝ ਲਿਆ। ਹੁਣ ਇਹਦੇ ਨਾਲ ਦੇ ਆਪਾਂ ਇੱਕ ਸੈਕਿੰਡ ਸਮਝਦੇ ਹਾਂ ਤਾਂ ਦੂਸਰੇ ਦੇ ਵਿੱਚ ਫੈਰਾਡੇ ਸਾਹਿਬ ਨੇ ਕੀ ਦੇਖਿਆ ਇਨਵਰਡ ਮੈਗਨੈਟਿਕ ਫੀਲਡ ਜੋ ਕਿ ਮੈਂ ਤੁਹਾਨੂੰ ਉੱਤੇ ਦੱਸਿਆ ਸੀ ਐਕਸ ਨੂੰ ਮੈਂ ਬਣਾ ਰਿਹਾ ਉਹ। ਠੀਕ ਆ ਅਤੇ ਠੀਕ ਹੈ ਇਹਦੇ ਵਿੱਚ ਆਪਾਂ ਕੰਡਕਟਿੰਗ ਕੋਇਲ ਬਣਾ ਤਾ। ਹੁਣ ਮੰਨ ਲਓ ਯਾਰ ਜਿਹੜਾ ਇਹਦਾ ਰੇਡੀਅਸ ਹੈ ਧਿਆਨ ਨਾਲ ਸਮਝਣਾ ਜਰਾ ਧਿਆਨ ਦਿਓ ਜਰਾ। ਠੀਕ ਆ ਜਿਹੜਾ ਇਹਦਾ ਰੇਡੀਅਸ ਹੈ ਠੀਕ ਹੈ ਜਿਹੜਾ ਇਹਦਾ ਵਾਲਾ ਰੇਡੀਅਸ ਹੈ ਹੁਣ ਇਹ ਕਿਸੇ ਵੀ ਕਾਰਨ ਨਾਲ ਐਨੀ ਹਾਊ ਵਟ ਹੈਪਨ ਕਿਸੇ ਵੀ ਕਾਰਨ ਦੇ ਨਾਲ ਇਹ ਵੱਧ ਰਿਹਾ ਜਾਂ ਘੱਟ ਰਿਹਾ ਸ਼ਰਿੰਕ ਕਰ ਰਿਹਾ ਜਾਂ ਐਕਸਪੈਂਡ ਕਰ ਰਿਹਾ ਸ਼ਰਿੰਕ ਕਰ ਰਿਹਾ ਜਾਂ ਐਕਸਪੈਂਡ ਕਰ ਰਿਹਾ। ਠੀਕ ਹੈ ਤਾਂ ਲੇਕਿਨ ਆਪਣਾ ਜਿਹੜਾ ਮੈਗਨੈਟਿਕ ਫੀਲਡ ਹੈ B ਹੈ this is constant।
दिस इज़ कॉन्स्टेंट इन दिस केस, इन सेकेंड केस, इन सैकेंड केस बी इज मैगनैटिक फील्ड इज कॉन्स्टेंट। ਹੁਣ ਇਹਦੇ 'ਚ ਤਾਂ ਆਪਾਂ ਇਹ ਪੜ੍ਹਿਆ ਸੀ ਨਾ ਕਿ ਅਗਰ ਮੈਗਨੈਟਿਕ ਫੀਲਡ ਮਤਲਬ ਵੇਰੀਏਬਲ ਹੈ, ਅਗਰ ਉਹ ਚੇਂਜਿੰਗ ਪੋਜੀਸ਼ਨ ਦੇ ਵਿੱਚ ਅਗਰ ਤਾਂ ਉਹ ਰੁਕ ਗਿਆ ਤਾਂ ਫਿਰ ਇਹਦੇ 'ਚ ਕਰੰਟ ਨਹੀਂ ਇੰਡਿਊਸਡ ਹੋਏਗਾ। ਲੇਕਿਨ ਅਗਰ ਹੁਣ ਇਹਦੇ ਵਿੱਚ ਤਾਂ ਰੁਕ ਗਿਆ ਨਾ, ਇਹਦੇ ਵਿੱਚ ਤਾਂ ਆਪਾਂ ਮੈਂ ਤੁਹਾਨੂੰ ਕਹਿ ਦਿੱਤਾ ਕਿ ਇਹਦੇ ਵਿੱਚ ਹੈ ਕੌਨਸਟੈਂਟ। ਲੇਕਿਨ ਹੁਣ ਅੱਜ ਕਿਹੜੀ ਗੱਲ ਵੇਖਣ 'ਚ ਆ ਰਹੀ ਹੈ ਕਿ ਅਗਰ ਕੰਡਕਟਿੰਗ ਕੋਇਲ ਸ਼ਰਿੰਕ ਕਰ ਰਿਹਾ ਜਾਂ ਐਕਸਪੈਂਡ ਕਰ ਰਿਹਾ, ਅਗਰ ਉਹਦਾ ਸਾਈਜ਼ ਐਨੀ ਹਾਓ ਕਿਸੇ ਵੀ ਤਰੀਕੇ ਨਾਲ ਵੱਧ ਰਿਹਾ ਜਾਂ ਘਟ ਰਿਹਾ, ਫਿਰ ਵੀ ਇਹਦੇ ਵਿੱਚ ਕਰੰਟ ਇੰਡਿਊਸਡ ਹੋਏਗਾ। ਇਹੀ ਤਾਂ ਗੱਲ ਹੈ, ਇਹ ਜਾਦੂ ਆ। ਦੇਖਿਓ ਹੁਣ ਇੱਕ ਮਿੰਟ, ਕਰੰਟ ਇਜ਼ ਇੰਡਿਊਸਡ ਇਨ ਕੋਇਲ, ਠੀਕ ਹੈ। ਅਗਰ ਰੇਡੀਅਸ ਹੈ ਜਿਹੜਾ ਇਹਦਾ ਰੇਡੀਅਸ ਹੈ ਆਰ, ਅਗਰ ਕਿਸੇ ਵੀ ਤਰੀਕੇ ਨਾਲ ਚੇਂਜ ਹੋ ਰਿਹਾ ਹੈ ਤਾਂ ਫਿਰ ਵੀ ਜਿਹੜਾ ਹੈ ਕਰੰਟ ਇੰਡਿਊਸਡ ਹੋਏਗਾ ਕਿਹਦੇ ਵਿੱਚ, ਕੰਡਕਟਿੰਗ ਕੋਇਲ ਦੇ ਵਿੱਚ। ਅਗਰ ਇਹ ਕੌਨਸਟੈਂਟ ਹੈ, ਇਹ ਕੌਨਸਟੈਂਟ ਹੈ, ਮੈਗਨੈਟਿਕ ਫੀਲਡ ਕੌਨਸਟੈਂਟ ਹੈ ਤਾਂ ਵੀ ਹੋਏਗਾ। ਅਗਰ ਇਹਦੇ ਵਿੱਚ ਮੈਗਨੈਟਿਕ ਫੀਲਡ ਕੌਨਸਟੈਂਟ ਹੈ ਲੇਕਿਨ ਇਹਦੇ ਵਿੱਚ ਕੋਈ ਫਰਕ ਨਹੀਂ, ਨਾ ਵੱਧ ਰਿਹਾ ਨਾ ਘਟ ਰਿਹਾ, ਕੁਛ ਵੀ ਨਹੀਂ ਹੋ ਰਿਹਾ, ਕੋਈ ਹਿਲਜੁਲ ਨਹੀਂ ਹੈ, ਫਿਰ ਵੀ ਕਰੰਟ ਇੰਡਿਊਸਡ ਹੋ ਰਿਹਾ। ਦੋ ਚੀਜ਼ਾਂ ਸਮਝ ਲੱਗ ਗਿਆ। ਹੁਣ ਫੈਰਾਡੇ ਨੇ ਕੀ ਦੇਖਿਆ, ਹੁਣ ਫੈਰਾਡੇਜ਼ ਨੇ ਤੀਜੀ ਚੀਜ਼ ਕੀ ਦੇਖੀ, ਤੀਜੀ ਚੀਜ਼ ਕੀ ਓਬਜ਼ਰਵ ਕੀਤੀ ਉਹਨੇ। ਤਾਂ ਥਰਡ ਦੇ ਵਿੱਚ ਆਪਾਂ ਕੀ ਦੇਖਣਾ ਇਹ ਬੜਾ ਇੰਟਰਸਟਿੰਗ ਆ। ਇਹ ਸਾਰਾ ਹੀ ਟੋਪਿਕ ਬੜਾ ਇੰਟਰਸਟਿੰਗ ਹੈ ਵੈਸੇ ਤਾਂ। ਹੁਣ ਆਪਾਂ ਉਸੇ ਤਰੀਕੇ ਨਾਲ ਆਪਾਂ ਮੈਗਨੈਟਿਕ ਫੀਲਡ ਬਣਾ ਲੈਂਦੇ ਹਾਂ। ਠੀਕ ਹੈ, ਇਹਦੇ ਵਿੱਚ ਆਪਾਂ ਕੰਡਕਟਿੰਗ ਕੋਇਲ ਰੱਖ ਲਿਆ ਇੱਕ। ਅੱਛਾ, ਹੁਣ ਇਹਦੇ ਵਿੱਚ ਜਿਹੜਾ ਧਿਆਨ ਨਾਲ ਦੇਖਣਾ ਕਿ ਇਹਦੇ ਵਿੱਚ ਆਪਾਂ ਯਾਰ ਬੀ ਹੈ ਜਿਹੜਾ ਮੈਗਨੈਟਿਕ ਫੀਲਡ ਹੈ ਕੌਨਸਟੈਂਟ ਰੱਖ ਲਿਆ। ਧਿਆਨ ਨਾਲ ਦੇਖਣਾ ਯਾਰ, ਬੀ ਇਜ਼ ਕੌਨਸਟੈਂਟ। ਹੁਣ ਇਹਦੇ ਵਿੱਚ ਤਾਂ ਆਪਾਂ ਬੀ ਵੇਰੀਏਬਲ ਰੱਖਿਆ ਤਾਂ ਕਰੰਟ ਆਇਆ। ਇਹਦੇ ਵਿੱਚ ਆਪਾਂ ਜਿਹੜਾ ਬੀ ਤਾਂ ਵੇਰੀਏਬਲ ਨਹੀਂ ਰੱਖਿਆ, ਬੀ ਕੌਨਸਟੈਂਟ ਸੀਗਾ, ਲੇਕਿਨ ਆਪਾਂ ਕੰਡਕਟਿੰਗ ਕੋਇਲ ਹੈ ਜਿਹੜਾ ਇਹਨੂੰ ਆਪਾਂ ਇਹਦਾ ਆਪਾਂ ਰੇਡੀਅਸ ਹੈ ਜਿਹੜਾ ਏਰੀਆ ਲੈਂਥ ਜੋ ਵੀ ਹੈ ਏਰੀਆ, ਉਹ ਆਪਾਂ ਚੇਂਜ ਕੀਤਾ ਤਾਂ ਕਰੰਟ ਇੰਡਿਊਸਡ ਹੋਇਆ। ਇਹਦੇ ਵਿੱਚ ਨਾ ਤਾਂ ਆਪਾਂ ਇਹਦਾ ਰੇਡੀਅਸ ਚੇਂਜ ਕਰ ਰਹੇ ਹਾਂ, ਰੇਡੀਅਸ ਇਹਦਾ ਏਰੀਆ ਸਟਿਲ ਹੈ, ਮਤਲਬ ਇਹ ਵੇਰੀਏਬਲ ਨਹੀਂ ਹੈ, ਅਤੇ ਏਰੀਆ ਵੀ ਉੱਥੇ ਹੀ ਹੈ, ਏਰੀਆ ਇਜ਼ ਆਲਸੋ ਕੌਨਸਟੈਂਟ, ਬੀ ਵੀ ਕੌਨਸਟੈਂਟ, ਏ ਵੀ ਕੌਨਸਟੈਂਟ, ਮੈਗਨੈਟਿਕ ਫੀਲਡ ਰੇਡੀਅਸ, ਠੀਕ ਹੈ, ਦੋਨੇ ਕੌਨਸਟੈਂਟ। ਹੁਣ ਆਪਾਂ ਇਹਦੇ ਵਿੱਚ ਕੀ ਕੀਤਾ, ਆਪਾਂ ਇੱਕ ਕੰਡਕਟਿੰਗ ਕੋਇਲ ਨੂੰ ਫੜ ਕੇ ਘੁਮਾਤਾ, ਰੋਟੇਟ ਕਰਤਾ। ਤਾਂ ਜਦੋਂ ਆਪਾਂ ਇਹਨੂੰ ਘੁਮਾਤਾ, ਇਹਨੂੰ ਜਦੋਂ ਆਪਾਂ ਰੋਟੇਟ ਕਰਤਾ ਤਾਂ ਕੀ ਦੇਖਿਆ ਗਿਆ ਸਡਨਲੀ ਕਿ ਇਹਦੇ ਵਿੱਚ ਵੀ ਕਰੰਟ ਇੰਡਿਊਸਡ ਹੋਇਆ। ਕਰੰਟ ਇਜ਼ ਇੰਡਿਊਸਡ ਇਨ ਕੋਇਲ also ਕਰੰਟ ਇਜ਼ ਇੰਡਿਊਸਡ ਇਨ ਕੋਇਲ, ਫਿਰ ਵੀ ਕਰੰਟ ਹੈ ਜਿਹੜਾ ਉਹ ਇੰਡਿਊਸਡ ਹੋਇਆ। ਕਲੀਅਰ ਹੋ ਰਿਹਾ ਤਿੰਨੋਂ ਆਵਲੇ? ਮਤਲਬ ਹੁਣ ਕਿਉਂ ਹੋਇਆ, ਹੁਣ ਤੁਸੀਂ ਪੁੱਛੋਗੇ ਕਿਉਂ ਹੋਇਆ। ਹੁਣ ਦੇਖੋ ਯਾਰ, ਜੇ ਆ ਮਤਲਬ ਆਪਾਂ ਇਹਨੂੰ ਆਪਾਂ ਰੋਟੇਟ ਕੀਤਾ, ਕੋਇਲ ਨੂੰ ਆਪਾਂ ਘੁਮਾਇਆ, ਤਾਂ ਇਹਦੇ ਵਿੱਚ ਇਹਦੇ ਵਿੱਚ ਜਿਹੜੀ ਮੈਗਨੈਟਿਕ ਫੀਲਡ ਆ ਉਹ ਇਹਦੇ ਅੰਦਰ ਗਈ, ਠੀਕ ਹੈ, ਉਹਦੇ ਅੰਦਰ ਗਈ, ਅਤੇ ਇਹਦੇ ਵਿੱਚ ਜਿਹੜਾ ਏਰੀਆ ਵੈਕਟਰ ਹੈ ਉਹ ਇਹਦੇ ਪਰਪੈਂਡੀਕੂਲਰ ਬਾਹਰ ਆਇਆ। ਸਮਝ ਰਹੇ ਹੋ? ਤਾਂ ਉਹਦੇ ਨਾਲ ਕੀ ਹੋਇਆ, ਜਿਹੜਾ ਇਹਦਾ ਯਾਰ ਜਿਹੜਾ ਇਹਦਾ ਐਂਗਲ ਹੈ ਚੇਂਜ ਹੋਇਆ। ਹਾਂ, ਇਹ ਹੁਣ ਠੀਕ ਬੋਲਿਆ ਮੈਂ, ਮਤਲਬ ਇਹਦੇ ਨਾਲ ਤੁਹਾਨੂੰ ਸਮਝ ਲੱਗੇਗਾ। ਮੈਨੂੰ ਲੱਗਦਾ ਹੁਣ ਤਾਂ ਤੁਹਾਨੂੰ ਤਿੰਨੋਂ ਕਲੀਅਰ ਹੋ ਹੀ ਗਏ ਹੋਣੇ ਨਾ, ਪੱਕੀ ਗੱਲ ਹੈ। ਇਹਦਾ ਐਂਗਲ ਚੇਂਜ ਹੋਇਆ ਯਾਰ, ਇਹਦਾ ਐਂਗਲ ਚੇਂਜ ਹੋਇਆ ਤਾਂ ਕਰੰਟ ਇੰਡਿਊਸਡ ਹੋਇਆ। ਇਹਦੇ ਵਿੱਚ ਆਪਾਂ ਜਿਹੜਾ ਹੈਗਾ ਇਹਨੂੰ ਆਪਾਂ ਕੌਨਸਟੈਂਟ ਰੱਖਿਆ, ਇਹਨੂੰ ਆਪਾਂ ਵੇਰੀਏਬਲ ਰੱਖਿਆ ਮੈਗਨੈਟਿਕ ਫੀਲਡ ਨੂੰ, ਤਾਂ ਕਰੰਟ ਇੰਡਿਊਸਡ ਹੋਇਆ। ਇਹਦੇ ਵਿੱਚ ਆਪਾਂ ਰੇਡੀਅਸ ਚੇਂਜ ਕੀਤਾ ਤਾਂ ਕਰੰਟ ਇੰਡਿਊਸਡ ਹੋਇਆ। ਤਾਂ ਇਹਦੇ ਵਿੱਚ ਐਂਗਲ ਚੇਂਜ ਆਪਾਂ ਮੈਨੂਅਲੀ ਕੀਤਾ, ਠੀਕ ਹੈ ਨਾ, ਕਿਉਂਕਿ ਦੋਨੇ ਚੀਜ਼ਾਂ ਕੌਨਸਟੈਂਟ ਸੀਗੀਆਂ। ਫੈਰਾਡੇ ਨੇ ਆਹ ਤਿੰਨ ਚੀਜ਼ਾਂ ਦੇਖੀਆਂ ਯਾਰ। ਹੁਣ ਦੱਸੋ ਇਹਦੇ ਵਿੱਚ ਕੀ ਔਖਾ ਸੀ? ਨੋ ਰੋਕਟ ਸਾਇੰਸ, ਆਹ ਤਾਂ ਚੀਜ਼ ਸੀਗੀ, ਨੋਰਮਲ ਜੀ ਗੱਲ ਸੀਗੀ। ਇਹਦੇ ਵਿੱਚ ਤੁਸੀਂ ਫਲਕਸ ਨੂੰ ਸਮਝਿਆ, ਇਹਦੇ ਵਿੱਚ ਤੁਸੀਂ EMI ਨੂੰ ਸਮਝਿਆ ਥਰੂ ਫੈਰਾਡੇਜ਼ ਐਕਸਪੈਰੀਮੈਂਟ ਓਬਜ਼ਰਵੇਸ਼ਨ, ਫੈਰਾਡੇਜ਼ ਲੋ, ਠੀਕ ਹੈ। ਹੁਣ ਇਹ ਮੈਂ ਤੁਹਾਨੂੰ ਪਹਿਲਾਂ ਦੱਸਿਆ ਸੀ ਕੁਛ ਕੁ ਕੰਡੀਸ਼ਨ ਅਪਲਾਈ ਹੈ, ਉਹ ਆਪਾਂ ਜਦੋਂ ਆਪਾਂ ਡਿਫਾਈਨ ਕਰੂੰਗਾ ਨਾ, ਮੈਂ ਲਿਖੂੰਗਾ ਖੁਦ ਇਹਦੇ ਵਿੱਚੋਂ ਦੇਖ ਕੇ, ਮਤਲਬ ਜੋ ਇਹਦੇ ਵਿੱਚ ਚੀਜ਼ਾਂ ਸੀਗੀਆਂ ਉਹ ਆਪਾਂ ਇਹਦੇ ਵਿੱਚ ਲਿਖਾਂਗੇ, ਅਪਲਾਈ ਕਰਾਂਗੇ ਉਹਨੂੰ ਇੱਕ ਥਿਊਰੀ ਦੇ ਵਿੱਚ, ਤਾਂ ਉਹਦੇ ਵਿੱਚ ਤੁਹਾਨੂੰ ਉਹ ਵੀ ਕਲੀਅਰ ਹੋ ਜਾਏਗਾ, ਠੀਕ ਆ। ਆਹ ਤਿੰਨੋਂ ਚੀਜ਼ਾਂ ਸਮਝ ਗਏ ਨਾ ਤੁਸੀਂ? ਮਤਲਬ ਦੇਖੋ ਯਾਰ, ਅਗਰ ਤਾਂ ਇਹ ਇੰਪੋਰਟੈਂਟ ਚੀਜ਼ ਇਹ ਹੈ ਕਿ ਅਗਰ ਤਾਂ ਇਹ ਚੇਂਜ ਹੋ ਰਹੀ ਹੈ, ਕਿਸੇ ਵੀ ਤਰੀਕੇ ਚੇਂਜ ਹੋ ਰਹੀ ਹੈ ਯਾਰ, ਘੱਟ ਰਹੀ ਹੈ, ਵੱਧ ਰਹੀ ਹੈ, ਇਹ ਇੰਪੋਰਟੈਂਟ ਚੀਜ਼ ਇਹੀ ਹੈ, ਤਾਂ ਹੀ ਕਰੰਟ ਇੰਡਿਊਸਡ ਹੋਏਗਾ, ਅਦਰਵਾਈਜ਼ ਨਹੀਂ ਹੋਏਗਾ, ਠੀਕ ਆ।
ਠੀਕ ਹੈ, ਹੁਣ ਇੰਨਾ ਸਮਝ ਲੱਗ ਗਿਆ। ਹੁਣ ਆਪਾਂ ਇੱਕ ਬੜੀ ਇੰਟਰਸਟਿੰਗ ਗੱਲ ਮੈਂ ਤੁਹਾਨੂੰ ਦੱਸਦਾ। ਹਾਂ ਹੁਣ ਦੇਖੋ, ਦੇਖੋ ਹੁਣ ਇਹਦੇ ਵਿੱਚ ਯਾਰ ਪੈਨ ਨਾਲ ਕਰਦੇ ਹਾਂ। ਦੇਖੋ ਹੁਣ ਇਹਦੇ ਵਿੱਚੋਂ ਤੁਸੀਂ ਇੱਕ ਗੱਲ ਤਾਂ ਸਮਝ ਚੁੱਕੇ ਹੋਵੋਗੇ ਕਿ ਜਿਹੜਾ ਇੰਡਿਊਸਡ ਕਰੰਟ ਹੈ ਜਾਂ ਇੰਡਿਊਸਡ EMF ਹੈ, ਜਾਂ EMF ਹੈ, EMF ਬੋਲ ਲਓ ਪਹਿਲਾਂ, ਕਿਉਂਕਿ ਦੇਖੋ ਜੇ ਮਤਲਬ ਪਹਿਲਾਂ ਕਰੰਟ ਤਾਂ ਨਹੀਂ ਆਉਂਦਾ ਨਾ, ਪਹਿਲਾਂ ਪੋਟੈਂਸ਼ੀਅਲ ਡਿਫਰੈਂਸ ਆਉਂਦਾ ਫਿਰ ਕਰੰਟ ਆਉਂਦਾ ਨਾ, ਸਿੱਧਾ ਤਾਂ ਕਰੰਟ ਥੋੜ੍ਹੀ ਆਉਂਦਾ। ਉਵੇਂ ਆ ਇੰਡਿਊਸਡ ਕਰੰਟ, ਇੰਡਿਊਸਡ EMF। ਅਤੇ ਹੁਣ ਇਹ ਕਦੋਂ ਹੁੰਦਾ? ਹਾਂ ਹੁਣ ਇਹ ਕਦੋਂ ਹੁੰਦਾ? ਸੋਰੀ ਉਹ ਨਾ ਜਿਹੜਾ ਪੇਜ ਹਿੱਲ ਰਿਹਾ ਸੀਗਾ, ਮੈਂ ਥੱਲੇ ਗਲੂ ਲਗਾਈ ਆ ਹੁਣ। ਤਾਂ ਹਾਂ ਇਹਦੇ ਵਿੱਚ ਮੈਂ ਕਹਿ ਰਿਹਾ ਸੀ ਕਿ ਚੇਂਜ ਇਨ ਮੈਗਨੈਟਿਕ ਫੀਲਡ, ਚੇਂਜਿੰਗ ਇਨ ਮੈਗਨੈਟਿਕ ਫੀਲਡ, ਇੰਡਿਊਸਡ ਕਰੰਟ EMF ਜਿਹੜਾ ਹੈਗਾ ਉਹ ਤਾਂ ਚੇਂਜ ਹੁੰਦਾ। ਸਭ ਤੋਂ ਪਹਿਲੀ ਗੱਲ ਤਾਂ ਆਪਣੇ ਕੋਲ ਇਹ ਆ ਗਈ, ਠੀਕ ਹੈ। ਸੈਕਿੰਡ ਗੱਲ ਆਪਣੇ ਕੋਲ ਇਹ ਆ ਗਈ ਕਿ ਚੇਂਜ ਇਨ ਏਰੀਆ, ਠੀਕ ਹੈ, ਚੇਂਜ ਇਨ ਏਰੀਆ ਸੈਕਿੰਡ ਆ ਗਈ ਆਪਣੇ ਕੋਲ। ਹੁਣ ਆਪਣੇ ਕੋਲ ਥਰਡ ਇਹ ਆਈ ਕਿ ਚੇਂਜ ਇਨ ਐਂਗਲ, ਚੇਂਜ ਇਨ ਐਂਗਲ, ਠੀਕ ਹੈ। ਇਨ ਚੇਂਜ ਇਨ ਐਂਗਲ ਤੁਸੀਂ ਇੱਦਾਂ ਸਮਝੋ, ਚੇਂਜ ਇਨ ਬਿਟਵੀਨ ਮੈਗਨੈਟਿਕ ਫੀਲਡ ਐਂਡ ਚੇਂਜ ਇਨ ਬਿਟਵੀਨ ਮੈਗਨੈਟਿਕ ਫੀਲਡ ਐਂਡ ਏਰੀਆ ਐਂਡ ਵੈਕਟਰ ਏਰੀਆ, ਠੀਕ ਹੈ। ਚੇਂਜਿੰਗ ਇਨ ਬਿਟਵੀਨ ਮੈਗਨੈਟਿਕ ਫੀਲਡ ਐਂਡ ਵੈਕਟਰ ਏਰੀਆ, ਏਰੀਆ ਆਫ ਵੈਕਟਰ, ਠੀਕ ਹੈ। ਇਹਨੂੰ ਐਵੇਂ ਸਮਝੋ, ਇਹ ਤਿੰਨ ਚੀਜ਼ਾਂ ਨਾਲ ਹੁੰਦੀ ਆ। ਹੁਣ ਤੁਸੀਂ ਮੈਨੂੰ ਦੱਸੋ, ਹੁਣ ਜਰਾ ਆਪਾਂ ਇਹਨੂੰ ਸਾਫ਼ ਲਿਖ ਲੈਂਦੇ ਹਾਂ ਯਾਰ, ਠੀਕ ਹੈ। ਹੁਣ ਦੇਖੋ ਇਹ ਇੰਡਿਊਸਡ ਕਰੰਟ ਕਦੋਂ ਚੇਂਜ ਹੁੰਦਾ? ਚੇਂਜਿੰਗ ਇਨ, ਜਲਦੀ ਸਮਝੋ, ਚੇਂਜਿੰਗ ਇਨ ਮੈਗਨੈਟਿਕ ਫੀਲਡ, ਚੇਂਜਿੰਗ ਇਨ ਏਰੀਆ ਸੈਕਿੰਡ ਤੋਂ, ਚੇਂਜਿੰਗ ਇਨ ਐਂਗਲ, ਠੀਕ ਹੈ। ਹੁਣ ਮੈਨੂੰ ਦੱਸੋ ਇਹ ਤਿੰਨੋਂ ਚੀਜ਼ਾਂ ਆਪਾਂ ਨੂੰ ਕਿਹਦੇ 'ਚ ਮਿਲਦੀਆਂ? ਕੀ ਆਪਾਂ ਇਹ ਕਹਿ ਸਕਦੇ ਹਾਂ ਕਿ ਇੰਡਿਊਸਡ ਕਰੰਟ EMF ਕਰੰਟ ਉਦੋਂ ਇੰਡਿਊਸਡ ਹੁੰਦਾ ਫਲਕਸ ਦੇ ਚੇਂਜ ਹੋਣ ਨਾਲ? ਫਲਕਸ ਕਹਿ ਸਕਦੇ ਹਾਂ ਨਾ, ਕਿਉਂਕਿ ਤਿੰਨੋਂ ਚੀਜ਼ਾਂ ਆਪਾਂ ਨੂੰ ਫਲਕਸ ਤੋਂ ਮਿਲਦੀਆਂ ਨਾ, ਫਲਕਸ ਦੇ ਵਿੱਚ ਮਿਲਦੀਆਂ ਨਾ। ਕਿਵੇਂ ਮਿਲਦੀਆਂ? ਫਲਕਸ ਦਾ ਫਾਰਮੂਲਾ ਦੱਸੋ ਮੈਨੂੰ। ਇਜ਼ ਇਕੁਅਲ ਟੂ BA cos θ। ਆ ਗਈ ਉਹੀ ਚੀਜ਼ ਨਾ। ਤਾਂ ਬਸ ਇਹ ਗੱਲ ਸੀਗੀ। ਹੁਣ ਇਹਦੇ ਵਿੱਚੋਂ ਤੁਹਾਨੂੰ ਇਹ ਸਮਝ ਲੱਗ ਗਈ ਹੋਏਗੀ ਕਿ ਇੰਡਿਊਸਡ ਜਿਹੜਾ ਕਰੰਟ ਇੰਡਿਊਸਡ ਤਾਂ ਹੁੰਦਾ ਜੇ ਆਪਾਂ ਮੇਨ ਗੱਲ ਕਹਿ ਲਈਏ ਕਿ ਫਲਕਸ ਦੇ ਚੇਂਜ ਹੋਣ ਨਾਲ। ਅਤੇ ਫਲਕਸ ਦੇ ਚੇਂਜ ਹੋਣ ਨਾਲ ਕਿਵੇਂ ਹੁੰਦਾ? ਉਹ ਐਵੇਂ ਚੇਂਜ ਹੁੰਦਾ ਕਿ ਆਪਾਂ ਜਦੋਂ ਡਿਫਰੈਂਟ ਚੀਜ਼ਾਂ ਨੂੰ ਚੇਂਜ ਕਰਦੇ ਹਾਂ, ਅਤੇ ਡਿਫਰੈਂਟ ਚੀਜ਼ ਜਦੋਂ ਆਪਾਂ ਚੇਂਜ ਕਰਦੇ ਹਾਂ, ਕੁੱਲ ਮਿਲਾ ਕੇ ਗੱਲ ਫਲਕਸ 'ਤੇ ਹੀ ਨਿਕਲ ਕੇ ਆਉਂਦੀ ਹੈ। ਕਿਉਂਕਿ ਚੈਪਟਰ ਹੀ ਆਪਾਂ ਫਲਕਸ ਦਾ ਪੜ੍ਹ ਰਹੇ ਹਾਂ, ਠੀਕ ਹੈ ਨਾ। ਤਾਂ ਹੁਣ ਦੇਖ ਲਿਆ ਨਾ, ਤੁਹਾਨੂੰ ਗੱਲ ਸਮਝ ਲੱਗ ਗਈ ਨਾ ਕਿ ਅਗਰ ਆਪਾਂ ਕਿ ਦੇਖੋ ਮੇਰੀ ਗੱਲ ਸੁਣੋ ਕਿ ਇਹਦੇ ਵਿੱਚੋਂ ਹੁਣ ਆਹ ਚੀਜ਼ ਇਹਦੇ ਨਾਲ ਜੁਆਇਨ ਹੋ ਰਹੀ ਹੈ ਨਾ, ਅਟੈਚ ਹੋ ਰਹੀ ਹੈ ਨਾ। ਤਾਂ ਬਸ ਇਹਦੇ ਵਿੱਚ ਇਹ ਸੀਗਾ। ਹੁਣ ਆਪਾਂ ਜਿਹੜਾ ਫੈਰਾਡੇ ਲੋਅ ਨੂੰ ਜਿਹੜਾ ਆਪਾਂ ਥਿਊਰੀ ਦੇ ਵਿੱਚ ਹੁਣ ਆਪਾਂ ਰਾਈਟ ਕਰਾਂਗੇ, ਜਿਹੜਾ ਕੰਡੀਸ਼ਨ ਅਪਲਾਈ ਹੋਏਗੀ, ਜਿਹੜੀ ਕੰਡੀਸ਼ਨ ਆਪਾਂ ਇਹਦੇ ਵਿੱਚ ਨਹੀਂ ਲਿਖੀ ਹੋਊਗੀ, ਉਹ ਤੁਹਾਨੂੰ ਉਹਦੇ ਵਿੱਚ ਸਮਝ ਆ ਜਾਏਗੀ, ਠੀਕ ਆ ਯਾਰ। ਹੁਣ ਜੇ ਤੁਸੀਂ ਇਹਦੇ ਵਿੱਚੋਂ ਸਮਝੇ ਹੋਵੋਗੇ, ਇਹਦੇ ਵਿੱਚ ਨਾ ਦੇਖੋ ਇਲੈਕਟ੍ਰੋਮੈਗਨੈਟਿਕ ਇੰਡਕਸ਼ਨ ਮਤਲਬ ਮੈਗਨੇਟਿਜ਼ਮ ਦੇ ਚੇਂਜ ਹੋਣ ਦੇ ਨਾਲ ਕਰੰਟ ਦਾ ਇੰਡਿਊਸਡ ਹੋਣਾ। ਮੈਗਨੇਟਿਜ਼ਮ ਦਾ ਚੇਂਜ ਹੋਣ ਦਾ ਮਤਲਬ ਚਾਹੇ ਉਹ ਹੋ ਗਿਆ ਮੈਗਨੈਟਿਕ ਫੀਲਡ ਦਾ ਹੋ ਗਿਆ, ਚਾਹੇ ਉਹ ਫਲਕਸ ਦੇ ਚੇਂਜ ਹੋਣ ਨਾਲ ਹੋ ਗਿਆ, ਠੀਕ ਹੈ ਨਾ। ਮਤਲਬ ਕਿ ਤਾਂ ਉਹਦੇ ਨਾਲ ਦੇਖੋ, ਉਹਦੇ ਨਾਲ ਕਰੰਟ ਜਨਰੇਟ ਹੋਇਆ, ਠੀਕ ਹੈ ਨਾ। ਜੇ ਤੁਸੀਂ ਧਿਆਨ ਨਾਲ ਸਮਝੋ ਤਾਂ ਦੇਖੋ, ਬਿਨਾਂ ਟੱਚ ਕੀਤੇ ਕਰੰਟ ਇੰਡਿਊਸਡ ਹੋ ਰਿਹਾ। ਸਿਰਫ ਆਪਾਂ ਘਰੇ ਬਹਿ ਕੇ ਇੱਕ ਫਲਕਸ ਨੂੰ ਘੁਮਾ ਰਹੇ ਹਾਂ, ਇੱਕ ਕੋਇਲ 'ਚ ਲੱਗੀ ਫਲਕਸ ਨੂੰ ਆਪਾਂ ਘੁਮਾ ਰਹੇ ਹਾਂ ਅਤੇ ਕਰੰਟ ਪ੍ਰੋਡਿਊਸਡ ਹੋ ਰਿਹਾ, ਇੰਡਿਊਸਡ ਹੋ ਰਿਹਾ। ਦੇਖੋ ਇਹਦੇ ਵਿੱਚੋਂ ਵੀ ਤੁਹਾਨੂੰ ਸਮਝ ਲੱਗ ਜਾਏਗਾ। ਅਤੇ ਮਤਲਬ ਦੇਖੋ ਆਪਾਂ ਨੂੰ ਕਿਸੇ ਬੈਟਰੀ ਦੀ ਜ਼ਰੂਰਤ ਨਹੀਂ ਹੈ, ਕਿਸੇ ਉਹਦੇ ਵਿੱਚ ਕਿਸੇ ਤਰ੍ਹਾਂ ਦੇ ਕੈਮੀਕਲ ਦੀ ਜ਼ਰੂਰਤ ਨਹੀਂ ਹੈ। ਇੱਕ ਟਾਈਮ 'ਤੇ ਕਰੰਟ ਕਿੰਨਾ ਮਹਿੰਗਾ ਸੀ, ਹੁਣ ਆਪਾਂ ਨੂੰ ਕੁਛ ਨਹੀਂ ਕਰਨਾ। ਹੁਣ ਇਹ ਲੋਅ ਨੇ ਨਾ, ਇਹ ਥਿਊਰੀ ਨੇ, ਇਹਨੇ ਸਾਰੀ ਚੀਜ਼ ਹੀ ਬਦਲ ਦਿੱਤੀ ਕਿ ਬਿਨਾਂ ਕਿਸੇ ਬੈਟਰੀ ਦੇ, ਬਿਨਾਂ ਕਿਸੇ ਕੈਮੀਕਲ ਦੇ, ਸਿਰਫ ਫਲਕਸ ਨੂੰ ਘੁਮਾਈ ਜਾਓ ਅਤੇ ਪੱਖਾ ਚਲਾਈ ਜਾਓ। ਕੁਛ ਇੱਦਾਂ ਹੀ ਹੈ ਨਾ ਕੁਛ।
ਬਸ ਉਹ ਚੀਜ਼ ਆ। ਹੁਣ ਆਪਾਂ ਜੇ ਤੁਹਾਨੂੰ ਇਹ ਸਾਰੀ ਚੀਜ਼ ਸਮਝ ਆ ਜਾਏਗੀ, ਆ ਗਈ ਹੋਏਗੀ ਨਾ, ਹੋਪ ਸੋ ਕਿ ਆ ਗਈ ਹੋਏਗੀ, ਤਾਂ ਹੁਣ ਆਪਾਂ ਫੈਰਾਡੇ ਲੋ ਕਰਾਂਗੇ। ਮਤਲਬ ਕੀਤਾ ਆਪਾਂ ਹੁਣ ਵੀ ਇਹੀ ਹੈ, ਲੇਕਿਨ ਮੈਂ ਤੁਹਾਨੂੰ ਬਹੁਤ ਡੀਪਲੀ ਸਮਝਾਇਆ, ਇੰਨਾ ਡੀਪਲੀ ਯਾਰ ਕੋਈ ਜਾਂਦਾ ਨਹੀਂ ਵੈਸੇ, ਮਤਲਬ ਮੈਂ ਬਹੁਤ ਡੀਪਲੀ ਸਮਝਾਇਆ ਤੁਹਾਨੂੰ। ਅਤੇ ਹੁਣ ਆਪਾਂ ਇਹਦਾ ਨੋਰਮਲ ਜਿਹੜੀ ਇਹਦੀ ਉਹ ਲਿਖਾਂਗੇ ਥਿਊਰੀ। ਅਤੇ ਅਗਰ ਤੁਹਾਨੂੰ ਉਹ ਯਾਦ ਹੋਏਗੀ ਚੰਗੀ ਤਰ੍ਹਾਂ, ਮੇਨ ਗੱਲ ਇਹ ਯਾਰ, ਅਗਰ ਤੁਹਾਨੂੰ ਆਹ ਚੰਗੀ ਤਰ੍ਹਾਂ ਆ ਗਿਆ ਹੋਊਗਾ ਨਾ, ਤਾਂ ਤੁਸੀਂ ਉਹ ਖੁਦ ਹੀ ਲਿਖ ਸਕਦੇ ਹੋ। ਤਾਂ ਦੇਖੋ ਯਾਰ, ਜਦੋਂ ਆਪਾਂ ਇਹ ਸਾਰਾ ਸਮਝ ਲਿਆ ਇੱਕ ਵਾਰੀ, ਠੀਕ ਹੈ, ਹੁਣ ਆਪਾਂ ਅੱਗੋਂ ਤਾਂ ਸਿਰਫ ਇਹਦੇ ਉਹੀ ਲਿਖਣੇ ਹੈ ਨਾ, ਇਕੱਲੇ ਆਪਾਂ ਇਹਦੀ ਜਿਹੜੀ ਮੇਨ ਡੈਫੀਨੇਸ਼ਨ ਹੈ ਜਿਹੜੀ ਆਪਾਂ ਉਹ ਲਿਖ ਲੈਂਦੇ ਹਾਂ, ਠੀਕ ਹੈ। ਤਾਂ ਉਹ ਮੈਂ ਦੇਖੋ NCERT ਦੀ ਬੁੱਕਸ ਦੇ ਵਿੱਚ ਕੁਛ ਹੋਰ ਤਰੀਕੇ ਨਾਲ ਹੋ ਸਕਦੀਆਂ, ਆਪਣੀ ਈਗਲਸ ਦੀ ਬੁੱਕ ਦੇ ਵਿੱਚ ਮੈਂ ਨਹੀਂ ਰੀਡ ਕੀਤੀ, ਉਹਦੇ ਵਿੱਚ ਮੈਨੂੰ ਨਹੀਂ ਪਤਾ ਕਿੱਦਾਂ ਦੀ ਹੈ, ਪਰ ਮੈਂ ਇਹਦੇ ਤੋਂ ਬਣਾਈ ਆ। ਮਤਲਬ ਕਹਿ ਸਕਦੇ ਮੈਂ ਆਪਣੀ ਵਰਡਿੰਗਸ ਦੇ ਵਿੱਚ ਇਹਨੂੰ ਪੁੱਟ ਕੀਤਾ, ਤਾਂ ਹੀ ਮੈਂ ਇੰਨੀ ਜ਼ਿਆਦਾ ਡੈਫੀਨੇਸ਼ਨਸ ਨਾ ਮਤਲਬ ਜ਼ਿਆਦਾ ਲੈਂਥੀ ਹੋਈ ਅਤੇ ਨਾ ਜ਼ਿਆਦਾ ਔਖੀ ਹੈ, ਸਿੰਪਲ ਜੀ ਡੈਫੀਨੇਸ਼ਨ ਮੈਂ ਇਹਦੇ ਉੱਤੇ ਪੁੱਟ ਕਰਤੀ ਉਹਦੇ 'ਚੋਂ ਪੜ੍ਹ ਕੇ, ਠੀਕ ਆ। ਹੁਣ ਆਪਾਂ ਇਹਨੂੰ ਰੀਡ ਕਰਦੇ ਹਾਂ, ਜਦੋਂ ਤੁਸੀਂ ਇਹਨੂੰ ਰੀਡ ਕੀਤਾ ਜਾਂ ਰੀਡ ਕਰਨ ਦੀ ਲੋੜ ਨਹੀਂ, ਤੁਹਾਨੂੰ ਉਧਰੋਂ ਹੀ ਪਤਾ ਲੱਗ ਜਾਣਾ, ਠੀਕ ਆ। ਫਿਰ ਵੀ ਮੈਂ ਇੱਕ ਵਾਰੀ ਰੀਡ ਕਰ ਦੇਣਾ। ਫੈਰਾਡੇਜ਼ ਫਸਟ ਲੋ ਆਫ EMF, ਠੀਕ ਹੈ। ਵੈਨ ਐਵਰ ਦੇਅਰ ਇਜ਼ ਅ ਚੇਂਜ ਇਨ ਮੈਗਨੈਟਿਕ ਫਲਕਸ ਲਿੰਕਡ ਵਿਦ ਅ ਕੰਡਕਟਰ ਐਂਡ EMF ਇਜ਼ ਇੰਡਿਊਸਡ ਇਨ ਦਾ ਕੰਡਕਟਰ। ਮਤਲਬ ਕਿ ਜਦੋਂ ਵੀ ਮੈਗਨੈਟਿਕ ਫਲਕਸ ਹੈ ਜਿਹੜਾ, ਉਹ ਜਿਹੜਾ ਕੰਡਕਟਰ ਦੇ ਵਿੱਚ ਪਿਆ, ਕੰਡਕਟਰ ਦੇ ਨਾਲ ਲਿੰਕ ਹੈ ਫਲਕਸ, ਅਤੇ ਜੇ ਉਹਦੇ ਵਿੱਚ ਕੋਈ ਚੇਂਜ ਆਉਂਦੀ ਹੈ ਤਾਂ EMF ਇੰਡਿਊਸਡ ਹੁੰਦਾ ਕੰਡਕਟਰ ਦੇ ਵਿੱਚ EMF ਇੰਡਿਊਸਡ ਹੁੰਦਾ। ਹੁਣ ਅਗਲੀ ਲਾਈਨ ਜਿਹੜਾ ਧਿਆਨ ਨਾਲ ਪੜ੍ਹਨਾ, ਆ ਜਿਹੜੀ ਸੈਕਿੰਡ ਲਾਈਨ 'ਤੇ ਮੈਂ ਬਰੈਕਟ ਵਿੱਚ ਰੱਖੀ ਹੈ ਨਾ, ਇਹਨੂੰ ਜਿਹੜਾ ਧਿਆਨ ਦੇ ਨਾਲ ਸਮਝਣਾ। ਇਫ ਦ ਕੰਡਕਟਰ ਫੋਰਮਸ ਏ ਕਲੋਜ਼ਡ ਕੋਇਲ ਐਂਡ ਇੰਡਿਊਸਡ ਕਰੰਟ ਫਲੋਜ਼ ਥਰੂ ਇਟ। If the conductor forms a closed coil and induced current flows through it। ਮਤਲਬ ਦੇਖੋ ਯਾਰ, ਅਗਰ ਇੱਕ ਆਪਾਂ ਕੰਡਕਟਰ ਲੈ ਲਿਆ, ਹਰ ਚੀਜ਼ ਐਗਜ਼ਾਮਪਲ ਦਊਂਗਾ ਯਾਰ, ਐਵੇਂ ਨਹੀਂ ਸਮਝਾਊਂਗਾ ਮੈਂ। ਇਹਦੇ ਆਲੇ ਦੁਆਲੇ ਮੈਗਨੈਟਿਕ ਫੀਲਡ ਬਣਾਤੀ ਆਪਾਂ, ਤਾਂ ਦੇਖੋ ਯਾਰ, ਜਦੋਂ ਇਹਦੇ ਵਿੱਚ ਇਸ ਕੰਡਕਟਰ ਦੇ ਵਿੱਚ ਮੈਗਨੈਟਿਕ ਫਲਕਸ ਚੇਂਜ ਹੋਏਗਾ ਤਾਂ EMF ਤਾਂ ਇੰਡਿਊਸਡ ਹੋਏਗਾ ਹੀ ਹੋਏਗਾ, ਠੀਕ ਹੈ ਨਾ। ਬਟ ਕਰੰਟ ਉਦੋਂ ਹੀ ਇੰਡਿਊਸਡ ਹੋਏਗਾ ਜਦੋਂ ਇਹ ਕਲੋਜ਼ ਸਰਕਟ ਹੋਏਗਾ ਯਾਰ। ਕਰੰਟ ਤਾਂ ਹੀ ਇੰਡਿਊਸਡ ਹੁੰਦਾ ਨਾ ਜੇ ਸਰਕਟ ਕਲੋਜ਼ਡ ਹੋਵੇ। ਜਿਵੇਂ ਮੰਨ ਲਓ ਇਹ ਸਰਕਟ ਕਲੋਜ਼ ਕਰਤਾ ਤਾਂ ਹੀ ਇਹਦੇ ਵਿੱਚ ਜਿਹੜਾ ਕਰੰਟ ਇੰਡਿਊਸਡ ਹੋਏਗਾ। ਹੁਣ ਜੇ ਤੁਹਾਨੂੰ ਕੋਈ ਕਹਿੰਦਾ ਨਾ ਐਵਰ EMF ਇੰਡਿਊਸਡ ਵੈਨ ਚੇਂਜ ਇਨ ਮੈਗਨੈਟਿਕ ਫਲਕਸ ਲਿੰਕਡ ਵਿਦ ਦ ਕੰਡਕਟਰ ਦੈਨ ਕਰੰਟ ਇਜ਼ ਆਲਸੋ ਇੰਡਿਊਸਡ, ਤਾਂ ਉਹ ਗਲਤ ਕਹਿ ਰਿਹਾ ਬਿਲਕੁਲ। ਮਤਲਬ ਅਗਰ ਤਾਂ ਕਰੰਟ ਤਾਂ ਹੀ ਇੰਡਿਊਸਡ ਹੋਏਗਾ ਨਾ ਯਾਰ, ਜੇ ਆਪਣਾ ਸਰਕਟ ਕਲੋਜ਼ਡ ਹੈ। ਅਗਰ ਆਪਣਾ ਸਰਕਟ ਮੰਨ ਲਓ ਕਲੋਜ਼ ਨਹੀਂ ਹੈ ਤਾਂ ਇਕੱਲਾ EMF ਇੰਡਿਊਸਡ ਹੋ ਰਿਹਾ। ਤਾਂ ਬਸ ਇਹਦੇ ਵਿੱਚ ਯਾਰ ਕੁੱਲ ਮਿਲਾ ਕੇ ਤਾਂ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦਿੱਤੀ ਸੀ ਕਿ ਤੁਸੀਂ ਇਹਨੂੰ ਰੀਡ ਕਰ ਲਓ। ਵੈਨ ਐਵਰ ਦੇਅਰ ਇਜ਼ ਅ ਚੇਂਜ ਇਨ ਮੈਗਨੈਟਿਕ ਫਲਕਸ ਲਿੰਕਡ ਵਿਦ ਦ ਕੰਡਕਟਰ ਐਂਡ EMF ਇਜ਼ ਇੰਡਿਊਸਡ ਇਨ ਅ ਕੋਇਲ। ਉਹ ਤੁਹਾਨੂੰ ਇਸ ਦੇ ਵਿੱਚੋਂ ਤੁਹਾਨੂੰ ਆਰਾਮ ਨਾਲ ਸਮਝ ਲੱਗ ਜੂਗਾ ਫਸਟ ਲਾਈਨ ਦਾ ਵਿੱਚ ਮੈਂ ਕੀ ਕਹਿਣਾ ਚਾਹ ਰਿਹਾ। ਹੁਣ ਇਹਨੂੰ ਤੁਸੀਂ ਜਿੰਨਾ ਮਰਜ਼ੀ ਲੈਂਥੀ ਕਰ ਲਓ ਯਾਰ। ਵੈਸੇ ਇਹਦੀਆਂ ਨਾ #1 ਪਾ ਕੇ #2 ਵੀ ਮੈਂ ਲਿਖ ਦਾਂਗਾ ਯਾਰ, ਅਗਰ ਇਸ ਤੋਂ ਬਾਅਦ ਟਾਈਮ ਲੱਗੂਗਾ ਨਾ, ਤਾਂ ਦੂਜੇ ਵੀ ਮੈਂ ਡੈਫੀਨੇਸ਼ਨ ਤੁਹਾਨੂੰ ਕਲੀਅਰ ਕਰ ਦੂੰਗਾ ਐਗਜ਼ਾਮਪਲ ਦੇ ਨਾਲ ਹੀ। ਤਾਂ ਅੱਗੇ ਆਪਾਂ ਲਿਖਣਾ ਦੂਜੀ ਲਾਈਨ ਹੈ, ਇਫ ਦ ਕੰਡਕਟਰ ਫੋਰਮਸ ਏ ਕਲੋਜ਼ਡ ਕੋਇਲ ਐਂਡ ਇੰਡਿਊਸਡ ਕਰੰਟ ਫਲੋਜ਼ ਥਰੂ ਇਟ। ਹੁਣ ਇਹ ਮੈਂ ਤੁਹਾਨੂੰ ਕਹਿਣ ਨੂੰ ਤਾਂ ਐਵੇਂ ਕਹਿ ਸਕਦਾ ਸੀ ਕਿ ਇਹਨੂੰ ਸਮਝੋ, ਬਟ ਫਿਰ ਨਹੀਂ ਨਾ, ਫਿਰ ਮੈਂ ਹਰ ਚੀਜ਼ ਦੀ ਐਗਜ਼ਾਮਪਲ ਦੇ ਰਿਹਾ। ਹੁਣ ਇਹਦੀ ਐਗਜ਼ਾਮਪਲ ਇਸ ਦੇ ਵਿੱਚ ਹੈ, ਫਸਟ ਲਾਈਨ ਦੀ ਐਗਜ਼ਾਮਪਲ ਜਿਹੜੇ ਫਸਟ ਪੇਜ ਦੇ ਵਿੱਚ ਹੈ, ਜਿਹੜਾ ਮੈਂ ਤੁਹਾਨੂੰ ਪਹਿਲਾਂ ਪਿੱਛੇ ਸਮਝਾਇਆ। ਇਹਦੇ ਵਿੱਚ ਫੋਟੋ ਪਾ ਦੂੰਗਾ ਮੈਂ ਗਰੁੱਪ ਦੇ ਵਿੱਚ FEE ਵਾਲੇ। ਇਹ ਹੁਣ ਹੋ ਗਿਆ ਫਸਟ ਲੋ, ਬਿਲਕੁਲ ਕਲੀਅਰ ਹੈ, ਕੋਈ ਔਖਾ ਨਹੀਂ ਸੀ ਇਹਦੇ ਵਿੱਚ ਯਾਰ। ਹੁਣ ਜੇ ਤਾਂ ਯਾਰ ਇਹ ਇੰਨਾ ਸਮਝਾਉਣ ਦੇ ਬਾਅਦ ਨਹੀਂ ਸਮਝ ਲੱਗਿਆ ਤਾਂ ਮੈਂ ਫਿਰ ਯਾਰ ਕੀ ਕਰਾਂ। ਹੁਣ ਦੇਖੋ, ਅਗਰ ਇਹਦੇ ਵਿੱਚ ਅਗਰ ਤੁਹਾਨੂੰ ਜਿਨ੍ਹਾਂ ਨੂੰ ਤਾਂ ਸਮਝ ਲੱਗ ਗਿਆ ਠੀਕ ਆ, ਅਤੇ ਬਾਕੀ ਤਾਂ ਫਿਰ ਗੋਡ ਇਜ਼ ਗ੍ਰੇਟ। ਹੁਣ ਆਪਾਂ ਸੈਕਿੰਡ ਲੋ 'ਤੇ ਆਈਏ ਫਿਰ, ਠੀਕ ਆ। ਤਾਂ ਹੁਣ ਆਪਣਾ ਆ ਗਿਆ ਫੈਰਾਡੇ ਸੈਕਿੰਡ ਲੋ। ਤਾਂ ਕਰੋ, ਰੀਡ ਕਰੋ ਪਹਿਲਾਂ। The magnitude of induced EMF is directly proportional to the rate of change in magnetic flux। ਦੁਬਾਰਾ ਰੀਡ ਕਰੋ। The magnitude of induced EMF is directly proportional to rate of change in magnetic flux। ਮਤਲਬ ਫਲਕਸ 'ਤੇ ਤਾਂ ਡਿਪੈਂਡ ਕਰਦਾ ਹੀ ਨਹੀਂ ਨਾ। ਰੇਟ ਆਫ ਚੇਂਜ ਇਨ ਮੈਗਨੈਟਿਕ ਫਲਕਸ ਮਤਲਬ ਕਿੰਨੀ ਤੇਜ਼ੀ ਦੇ ਨਾਲ ਮੈਗਨੈਟਿਕ ਫਲਕਸ ਜਿਹੜੀ ਆ ਉਹ ਚੇਂਜ ਹੋ ਰਹੀ ਆ, ਉਹਦੇ 'ਤੇ ਡਿਪੈਂਡ ਕਰਦਾ EMF। ਤਾਂ ਹੁਣ ਇਹਦਾ ਮਤਲਬ ਇਹ ਹੋ ਗਿਆ ਕਿ ਜਿਹੜਾ ਆਪਣਾ, ਤਾਂ ਹੁਣ ਯਾਰ ਆਪਣਾ EMF ਆ ਗਿਆ। EMF ਇਜ਼ ਡਾਇਰੈਕਟਲੀ ਪ੍ਰਪੋਰਸ਼ਨਲ ਟੂ ਰੇਟ ਆਫ ਚੇਂਜ ਇਨ ਮੈਗਨੈਟਿਕ ਫਲਕਸ। ਹੁਣ EMF
देखो यार इन्हां दोनों तरीके नाल लिखिया जांदा EMF, ठीक है, स्मॉल ई नाल भी ते एक सीधे ई नाल भी, ठीक है, स्ट्रेट वाले। हुण मतलब मैं जिवें भी लिखां समझ लैना गल नूं, ठीक है। हुण आपां हुण आपां इहदी गल करें ना EMF दी, इज डायरैक्टली प्रपोर्शनल टू rate of change in magnetic flux, rate of change in ठीक है। ਤਾਂ ਹੁਣ ਇਸੇ ਚੀਜ਼ ਨੂੰ ਆਪਾਂ ਕੁਝ ਇੱਦਾਂ ਲਿਖ ਸਕਦੇ ਹਾਂ, EMF is directly proportional to change in flux change in time upon change in time, ठीक है, ਇੱਦਾਂ ਲਿਖ ਸਕਦੇ ਹਾਂ। ਅਤੇ ਤਾਂ ਹੁਣ ਕੀ ਹੋਏਗਾ, ਹੁਣ ਆਪਾਂ ਪ੍ਰਪੋਰਸ਼ਨੈਲਿਟੀ ਦਾ ਸਾਈਨ ਹਟਾ ਕੇ 1 ਆ ਜਾਊਗਾ T, ठीक है। आ चीज़ समझ लग गई। हुण ये तो इसकी एवरेज वैल्यू हुई ना EMF की, तो एवरेज वैल्यू हुई क्योंकि ये चीज़ डेल्टा है ना, आ देखो। हुण जे सानू कोई कहे इहदा इंस्टैंटेनियस वैल्यू कड्डो, इहदी इंस्टैंटेनियस, तो की आएगा d∅dt, d∅dt, ये दी एवरेज वैल्यू होगी, इंस्टैंटेनियस वैल्यू होगी। तो बस यार इन्ना ही सी फिर अज दे लिए, ठीक है। ये मैं थोनों फोटोज़ भेज दूँगा। एक होर वो तो होर हाँ, तो अज आई है ये आपां फ्लक्स भी समझ लिया, तो EMI भी समझ लिया, तो फैराडे फर्स्ट लॉ भी समझ लिया। ये एग्जाम्पल है फैराडे फर्स्ट लॉ की, मतलब वो लॉज की एग्जाम्पल है। तो ये आप फर्स्ट लॉ है, तो ये सैकेंड लॉ है, ठीक है। या अज आप कुल मिला के ना वैसे इलैक्ट्रोमैगनैटिक इंडक्शन का जो चैप्टर है, ये जी बेसिक चीज़ां की है यार, या फिर कह सकते हैं आप डीप भी गए हैं बहुत यार। ये मैं इन्ना डीप नहीं गया, लेकिन इनफ है यार, मैनू लगता बहुत है, ठीक है। मैं तुहानू कल्ली कल्ली चीज़ एक एग्जाम्पल्स के नाल समझाई है। अगर एवं मैं फोटो भेज दूँगा समझ नहीं आएगी, वीडियोज़ देखने तो बाद तुहाडे फिर बहुत कम आन गया, ठीक है। ओके, अनुराग शर्मा, रोल नंबर 233।